ਐਲਾਨੀ ਐਮਰਜੈਂਸੀ ਹੈ। मतलब ਕਾਨੂੰਨ ਦੀਆਂ ਸਾਰੀਆਂ ਧਾਰਾਵਾਂ ਛਿੱਕੇ ਟੰਗ ਕੇ ਅਰੈਸਟਾਂ ਹੋ ਰਹੀਆਂ ਨੇ। ਕੋਈ ਕਾਰਨ ਦੱਸਿਆ ਗਿਆ ਜਾਂ ਬਿਨਾਂ ਕਾਰਨ ਦੱਸੇ ਚੱਕ ਕੇ ਲੈ ਸਾਨੂੰ ਕਾਰਨ ਨਹੀਂ ਦੱਸਿਆ। ਰਾਤ ਵੀਰੇ ਦੀ ਜ਼ਮਾਨਤ ਹੋ ਚੁੱਕੀ ਸੀਗੀ ਤੇ ਐਸਐਚਓ ਨੇ ਖੁਦ ਦੱਸਿਆ ਸੀਗਾ ਕਿ ਹਾਂ ਵੀ ਜ਼ਮਾਨਤ ਹੋ ਗਈ ਆ, ਪਰ ਹੁਣ ਅਸੀਂ ਐਸਐਚਓ ਨੂੰ ਕੁਐਸਚਨ ਕਰ ਰਹੇ ਹਾਂ, ਉਹ ਅੱਗੇ ਜਵਾਬ ਨਹੀਂ ਦੇ ਰਿਹਾ, ਕੋਈ ਵੀ ਜਵਾਬ ਨਹੀਂ ਦਿੱਤਾ। ਪਰ ਮੈਂ ਉਹਨਾਂ ਨੂੰ ਸਮਝਾ ਦੇਣਾ ਚਾਹੁੰਦਾ ਵੀ ਉਹਦਾ ਭਰਾ ਜਿੰਦਾ ਬੈਠਾ, ਵੀ ਜਿੱਥੇ ਤੱਕ ਜ਼ੋਰ ਲੱਗਦਾ ਲਾ ਲਓ। मतलब ਚੰਡੀਗੜ੍ਹ ਦੇ ਵਿੱਚ ਕਿਉਂਕਿ ਭਾਜਪਾ ਦੀ ਸਰਕਾਰ ਆ, ਕੇਂਦਰ ਦੇ ਵਿੱਚ ਜੋ ਕੁਝ ਮੋਦੀ ਕਰ ਰਿਹਾ ਉਹੀ ਕੁਝ ਇੱਥੇ ਵੀ ਹੋ ਰਿਹਾ। ਉਹਨਾਂ ਦੀ ਪੁਲਿਸ ਆ, ਉਹਨਾਂ ਦੇ ਹੱਥਾਂ 'ਚ ਖੇਡ ਰਹੀ ਆ। ਉਹਨਾਂ ਨੂੰ ਸੁਰੱਖਿਆ ਲੋਕਾਂ ਦੀ ਕੋਈ ਪਰਵਾਹ ਨਹੀਂ, ਉਹਨਾਂ ਨੂੰ ਸਿਰਫ ਭਾਜਪਾ ਦੇ ਆਗੂਆਂ ਦੀ ਸੁਰੱਖਿਆ ਦੀ ਪਰਵਾਹ ਹੈ। ਇਹ ਰਾਮ ਦੇ ਨਾਂ ਤੇ, ਭਗਤਾਂ ਦੇ ਨਾਂ ਤੇ ਠੱਗੀਆਂ ਮਾਰਨ ਵਾਲੀ ਸਰਕਾਰ ਹੈ। ਇਹ ਬੜੇ ਕਾਰਪੋਰੇਟ ਘਰਾਣਿਆਂ ਦੀ ਦਲਾਲ ਸਰਕਾਰ ਹੈ, ਅੰਬਾਨੀਆਂ ਤੇ ਅਡਾਨੀਆਂ ਦੀ। ਸਾਨੂੰ ਦਬਾ ਰਿਹਾ ਕਿ ਇੱਦਾਂ ਸਾਡੇ ਤੇ ਪ੍ਰੈਸ਼ਰ ਪਏਗਾ, ਡਰ ਜਾਣਗੇ, ਬੈਠ ਜਾਣਗੇ। ਲੱਗਦਾ ਕਿ ਡਰ ਜਾਣਗੇ। ਨਹੀਂ, ਇੱਦਾਂ ਤਾਂ ਨਹੀਂ ਡਰਾਂਗੇ। ਚੰਡੀਗੜ੍ਹ ਪ੍ਰਸ਼ਾਸਨ ਨੂੰ ਸੋਚ ਲੈਣਾ ਚਾਹੀਦਾ ਕਿ ਪਹਿਲਾਂ ਦਿੱਲੀ ਸੀਜ਼ ਹੋਇਆ, ਹੁਣ ਚੰਡੀਗੜ੍ਹ ਸੀਜ਼ ਨਾ ਕਰਵਾਵੇ। ਅਸੀਂ ਇਹ ਅੰਦੋਲਨ ਨੂੰ ਛੱਡ ਦਾਂਗੇ, ਤੁਹਾਡੀਆਂ ਘੁਰਕੀਆਂ ਤੋਂ ਡਰ ਜਾਾਂਗੇ, ਤੁਹਾਡੀਆਂ ਇਸ ਤਰ੍ਹਾਂ ਜਿਹੜੀਆਂ ਘਰਾਂ ਦੇ ਵਿੱਚ ਆ ਕੇ ਗ੍ਰਿਫਤਾਰੀਆਂ ਕਰ ਰਹੇ ਉਹ ਤੋਂ ਡਰ ਜਾਾਂਗੇ। ਇਹ ਭੁਲੇਖੇ ਨੇ, ਇਹ ਸੱਤਾ ਦੇ ਜਿਹੜੇ ਅਸਲ ਵਿੱਚ ਆਪ ਸਾਵਰਕਰ ਵਰਗਿਆਂ ਦੇ ਚੇਲੇ ਨੇ, ਜਿਹੜੇ ਮਾਫੀਨਾਮੀਆਂ ਜੇਲ੍ਹਾਂ ਦੇ ਵਿੱਚ ਮੰਗਦੇ ਰਹੇ ਨੇ, ਜਿਨ੍ਹਾਂ ਨੂੰ ਜੇਲ੍ਹ ਜਾਣ ਤੋਂ ਬਹੁਤ ਡਰ ਲੱਗਦਾ ਰਿਹਾ। 47 ਤੋਂ ਪਹਿਲਾਂ ਉਹਨਾਂ ਦੀ ਕੋਈ ਅੰਦੋਲਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ। ਉਹਨਾਂ ਨੂੰ ਲੱਗਦਾ ਵੀ ਸ਼ਾਇਦ ਜਿਵੇਂ ਉਹ ਡਰਦੇ ਨੇ ਉਵੇਂ ਅਸੀਂ ਵੀ ਡਰ ਜਾਾਂਗੇ। ਜਦੋਂ ਅੰਗਰੇਜ਼ ਸਰਕਾਰ ਨੇ 1907 ਦੇ ਵਿੱਚ ਇੱਦਾਂ ਹੀ ਕੀਤਾ ਸੀਗਾ, ਕਾਲੇ ਕਾਨੂੰਨ ਬਣਾਏ ਸੀਗੇ। ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਤੇ ਹੋਰ ਦੇਸ਼ ਭਗਤ ਲੋਕਾਂ ਨੇ ਡਟ ਕੇ ਮੁਕਾਬਲਾ ਕਰਕੇ ਅੰਗਰੇਜ਼ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਕਰਾਏ ਸੀ। ਅੱਜ ਸਵੇਰੇ ਭਰਾ ਦੀ ਅਰੈਸਟ ਘਰੋਂ ਆ ਕੇ ਜਦੋਂ ਪੁਲਿਸ ਚੱਕ ਕੇ ਲੈ ਕੇ ਜਾਂਦੀ, ਉਸ ਤੋਂ ਬਾਅਦ ਭੈਣ ਦਾ ਇੰਨਾ ਚੰਗਾ ਬਿਆਨ ਇੱਕ ਸਾਹਮਣੇ ਆਉਂਦਾ ਤੇ ਉਹ ਅੱਜ ਵੀ ਡਟੀ ਹੋਈ ਆਪਦੇ ਭਰਾ ਦੇ ਨਾਲ ਤੇ ਇਹ ਗੱਲ ਕਹਿ ਰਹੇ ਆ ਵੀ ਅਸੀਂ ਅੰਦੋਲਨ 'ਚ ਉਸੇ ਤਰ੍ਹਾਂ ਕਾਇਮ ਰਹਾਂਗੇ। ਮੈਨੂੰ ਲੱਗਦਾ ਵੀ ਇੱਥੋਂ ਵੀ ਸੱਤਾ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹਨਾਂ ਨੂੰ ਸਮਝ ਆਉਣਾ ਚਾਹੀਦਾ ਵੀ ਲੋਕਾਂ ਦੇ ਹੌਸਲੇ ਤੁਸੀਂ ਇਸ ਤਰ੍ਹਾਂ ਅਰੈਸਟਾਂ ਕਰਕੇ ਨਹੀਂ ਡੋਲ ਸਕਦੇ। ਲੋਕਾਂ ਦੇ ਹੌਸਲੇ ਅਗਰ ਹਮਲਾ ਕੀਤਾ ਜਾਂਦਾ ਤੇ ਫਿਰ ਕੱਲ੍ਹ ਹੀ ਨਾ ਛੱਡਦੇ, ਕੱਲ੍ਹ ਹੀ ਕਿਉਂ ਬੇਲ ਮਿਲਦੀ। ਕਹਿੰਦੇ ਹੀ ਉਹਨਾਂ ਨੇ ਪਾਣੀ ਦੀਆਂ ਬੋਤਲਾਂ ਮਾਰੀਆਂ। ਹੁਣ ਦੇਖੋ ਮੇਰੇ ਹੱਥ 'ਚ ਪਾਣੀ ਦੀ ਬੋਤਲ ਹੈ, ਜਿਵੇਂ ਤੁਹਾਡੇ ਸਿਰ 'ਚ ਮਾਰਾ ਟੁੱਟ ਜਾਊਗਾ ਤੁਹਾਡਾ ਸਿਰ। ਇਹ ਐਸਐਸਪੀ ਦਾ ਡਾਇਲੋਗ ਹੈ ਉੱਥੇ ਬੈਠੇ ਮੀਟਿੰਗ ਦੇ ਵਿੱਚ। ਇੱਕ ਆਪਦੇ ਸੋ ਕਾਲਡ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਕਾਰਵਾਈਆਂ ਕਰਦੇ ਨੇ, UAPA ਲਾਉਂਦੇ ਨੇ, ਝੂਠੇ ਪਰਚੇ ਕਰਾਉਂਦੇ ਨੇ। ਵੀ ਇਹਨਾਂ ਦੀ ਮਤਲਬ ਸਾਜ਼ਿਸ਼ ਤਾਂ ਇਹੀ ਹੈ ਵੀ ਨੌਜਵਾਨ ਡਰਨ, ਪਿੱਛੇ ਹਟਣ। ਚੰਡੀਗੜ੍ਹ ਪੁਲਿਸ ਪਪਟ ਬਣ ਕੇ ਰਹਿ ਗਈ ਹੈ, ਉਹ ਹੋਰ ਕੁਝ ਨਹੀਂ ਹੈ। BJP ਦੀ ਪਪਟ ਹੈ, ਹੋਰ ਕੁਝ ਵੀ ਨਹੀਂ ਹੈ। ਸਾਡੇ ਵੇਲੇ ਅਸੀਂ ਠੰਡੇ ਸਮੇਂ ਦੌਰ ਵਿੱਚ ਪੈਦਾ ਹੋਏ ਹਾਂ। ਅਸੀਂ ਤਾਂ ਬਹੁਤ ਲੇਟ ਆ ਕੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਆ ਕੇ ਦੇਖਿਆ ਵੀ ਸੰਘਰਸ਼ ਕੀ ਹੁੰਦਾ, ਲੜਨਾ ਵੀ ਇੱਥੋਂ ਸਿੱਖਿਆ ਵਾ। ਉਹ ਬੱਚਿਆਂ ਨੂੰ ਗੁੜਤੀ ਇਸ ਚੀਜ਼ ਦੀ ਮਿਲ ਰਹੀ ਆ ਤੇ ਉਹ ਬੱਚੇ ਸੱਤਾ ਲਈ ਕਿੰਨੀ ਚੁਣੌਤੀ ਬਣ ਗਏ, ਸੱਤਾ ਨੂੰ ਸੋਚ ਲੈਣਾ ਚਾਹੀਦਾ ਸੱਚਮੁੱਚ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਕਿਸਾਨ ਅੰਦੋਲਨ ਬਾਅਦ ਦਸਤੂਰ ਜਾਰੀ ਹੈ। ਤਕਰੀਬਨ 8 ਮਹੀਨੇ ਹੋ ਜਾਣੇ ਨੇ 26 ਤਾਰੀਖ ਨੂੰ, ਪਰ ਜਿਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਦੇਸ਼ ਦੇ ਵਿੱਚੋਂ ਇਸ ਅੰਦੋਲਨ ਨੂੰ ਇੱਕ ਹਾਂ ਪੱਕੀ ਹੁਲਾਰਾ ਮਿਲ ਰਿਹਾ, ਸ਼ਾਇਦ ਉਸ ਤੋਂ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਸਰਕਾਰਾਂ ਜਿਹੜੀਆਂ ਨੇ ਬੌਖਲਾਹਟ ਦੇ ਵਿੱਚ ਨੇ। ਇਹੀ ਕਾਰਨ ਹੈ ਕਿ ਲਗਾਤਾਰ ਬਹੁਤ ਸਾਰੇ ਨੌਜਵਾਨ ਜਿਹੜੇ ਪ੍ਰੋਟੈਸਟ ਕਰ ਰਹੇ ਨੇ, ਜਿਹੜੇ ਸੰਘਰਸ਼ ਦੇ ਵਿੱਚ ਹਿੱਸਾ ਬਣਦੇ ਨੇ, ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਵੱਖ-ਵੱਖ ਸਮੇਂ ਤੇ। ਸਾਡੇ ਨਾਲ ਅੱਜ तमाम ਲੋਕ ਨੇ ਜਿਹੜੇ ਇਸ ਸੰਘਰਸ਼ ਦਾ ਹਿੱਸਾ ਰਹੇ ਨੇ, ਕਿਸੇ ਨਾ ਕਿਸੇ ਤਰੀਕੇ ਇਸ ਸੰਘਰਸ਼ ਦੀ ਸਮਰਥਨ ਕਰ ਰਹੇ ਨੇ। ਪਰ ਹੁਣ ਹਾਲ ਹੀ ਦੇ ਵਿੱਚ ਅਸੀਂ ਇਸ ਵਕਤ ਚੰਡੀਗੜ੍ਹ ਦੇ ਕੋਰਟ ਕੰਪਲੈਕਸ ਦੇ ਵਿੱਚ ਮੌਜੂਦਾ। ਕਾਰਨ ਇਹ ਹੈ ਕਿ ਬੀਤੇ ਦਿਨ ਵੀ ਕੁਝ ਨੌਜਵਾਨ ਚੱਕੇ ਗਏ, ਮੌਕੇ ਤੇ ਛੱਡੇ ਗਏ, ਪਰ ਫਿਰ ਅੱਜ ਸਵੇਰੇ ਡਿਟੇਨ ਕੀਤੇ ਗਏ ਨੇ। ਉਹਨਾਂ ਦੇ ਪਰਿਵਾਰ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਸਭ ਤੋਂ ਪਹਿਲਾਂ ਭੈਣ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਬਲਜਿੰਦਰ ਕੌਰ। ਬਲਜਿੰਦਰ, ਕੀ ਹੋਇਆ ਸੀਗਾ? ਬ੍ਰਦਰ ਨੂੰ ਤੁਹਾਡੇ ਨੂੰ ਚੱਕਿਆ ਗਿਆ, ਇਹ ਖਬਰ ਹੈ। ਕੋਈ ਕਾਰਨ ਦੱਸਿਆ ਗਿਆ ਜਾਂ ਬਿਨਾਂ ਕਾਰਨ ਦੱਸੇ ਚੱਕ ਕੇ ਲੈ? ਸਾਨੂੰ ਕਾਰਨ ਨਹੀਂ ਦੱਸਿਆ। ਰਾਤ ਵੀਰੇ ਦੀ ਜ਼ਮਾਨਤ ਹੋ ਚੁੱਕੀ ਸੀਗੀ ਤੇ ਐਸਐਚਓ ਨੇ ਖੁਦ ਦੱਸਿਆ ਸੀਗਾ ਕਿ ਹਾਂ ਵੀ ਜ਼ਮਾਨਤ ਹੋ ਗਈ ਆ, ਪਰ ਹੁਣ ਅਸੀਂ ਐਸਐਚਓ ਨੂੰ ਕੁਐਸਚਨ ਕਰ ਰਹੇ ਹਾਂ, ਉਹ ਅੱਗੇ ਜਵਾਬ ਨਹੀਂ ਦੇ ਰਿਹਾ, ਕੋਈ ਵੀ ਜਵਾਬ ਨਹੀਂ ਦਿੱਤਾ। ਸਵੇਰੇ ਆਈ ਆ ਪੁਲਿਸ, ਆਈ ਆ, ਨਾ ਉਹਨੇ ਦਰਵਾਜ਼ਾ ਨੌਕ ਕੀਤਾ, ਨਾ ਕੁਝ ਕੀਤਾ, ਧੱਕੇ ਨਾਲ ਅੰਦਰ ਵੜ ਗਈ ਤੇ ਅੰਦਰ ਲੈ ਗਈ ਉਹਨਾਂ ਨੂੰ। ਤੁਹਾਡੇ ਬ੍ਰਦਰ ਦਾ ਨਾਮ ਕੀ ਸੀਗਾ ਤੇ ਉਹ ਕਿਸ ਤਰੀਕੇ ਨਾਲ ਇਸ ਅੰਦੋਲਨ ਦੇ ਵਿੱਚ ਹਿੱਸਾ ਬਣੇ ਹੋਏ? ਉਹ ਡੇ 1 ਤੋਂ ਹੀ ਨਾਲ ਜੁੜੇ ਹੋਏ ਨੇ। ਜਿੱਦਾਂ ਪਹਿਲਾਂ ਦਿੱਲੀ ਵੀ ਰਹਿ ਕੇ ਆਏ ਆ, ਪਰ ਜਦ ਉਹ ਦਿੱਲੀ ਨਹੀਂ ਜਾ ਸਕਦੇ, ਇੱਥੇ ਡੇਲੀ ਹੁੰਦੇ ਆ, ਇੱਥੇ ਕਜੇੜੀ ਚੌਂਕ ਤੇ ਕਰਦੇ ਹੁੰਦੇ ਆ, ਡੇਲੀ ਪ੍ਰੋਟੈਸਟ ਕਰਦੇ ਆ ਇੱਥੇ ਕਿ ਆਪ ਸ਼ਾਂਤੀਮਈ ਖੜੇ ਰਹਿੰਦੇ ਆ, ਕੋਈ ਉਹ ਨਹੀਂ ਹੈ। ਕੱਲ੍ਹ ਦੀ ਵੀਡੀਓਜ਼ ਵੀ ਅਸੀਂ ਮੰਗ ਰਹੇ ਹਾਂ ਕਿ ਅਗਰ ਤੁਹਾਡੇ ਕੋਲ ਕੋਈ ਪ੍ਰੂਫ ਹੈਗੀ ਆ ਕਿ ਲਾਡੀ ਨੇ ਕਿ ਉਹ ਚਲਾਇਆ, ਕੋਈ ਪੱਥਰ ਚਲਾਇਆ ਜਾਂ ਕੋਈ ਡੰਡਾ ਚਲਾਇਆ, ਵੀ ਸਾਨੂੰ ਦੱਸਿਆ ਜਾਵੇ। ਪਰ ਇੱਦਾਂ ਦਾ ਕੁਝ ਵੀ ਇਹਨਾਂ ਕੋਲ ਪ੍ਰੂਫ ਨਹੀਂ। ਉਹ ਬਸ ਉਹ ਕਰ ਰਿਹਾ, ਸਾਨੂੰ ਦਬਾ ਰਿਹਾ ਕਿ ਇੱਦਾਂ ਸਾਡੇ 'ਤੇ ਪ੍ਰੈਸ਼ਰ ਪਏਗਾ, ਡਰ ਜਾਣਗੇ, ਬੈਠ ਜਾਣਗੇ। ਲੱਗਦਾ ਕਿ ਡਰ ਜਾਣਗੇ? ਨਹੀਂ, ਇੱਦਾਂ ਤਾਂ ਨਹੀਂ ਡਰਾਂਗੇ। ਕਿਉਂਕਿ ਧਾਰਾਵਾਂ ਉੱਦਾਂ ਦੀਆਂ ਲਗਾਈਆਂ ਜਾ ਰਹੀਆਂ, ਸੰਗੀਨ ਧਾਰਾਵਾਂ ਲਗਾਈਆਂ ਜਾ ਰਹੀਆਂ, ਜਿਨ੍ਹਾਂ ਦੇ ਵਿੱਚ ਬੇਲ ਵੀ ਨਾ ਮਿਲੇ। ਇਹ ਵੀ ਕਿਹਾ ਜਾ ਰਿਹਾ ਕਿ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ, ਕਿ ਹਥਿਆਰਾਂ ਦੇ ਨਾਲ
ਹਮਲਾ ਕੀਤਾ ਗਿਆ ਤੁਹਾਡੇ ਹਿਸਾਬ ਦੇ ਨਾਲ, ਜਾਂ ਸਿਰਫ ਪ੍ਰੋਟੈਸਟ ਕਰ ਰਹੇ ਸੀ? ਪ੍ਰੋਟੈਸਟ ਕਰ ਰਹੇ ਸੀ। ਅਗਰ ਹਮਲਾ ਕੀਤਾ ਜਾਂਦਾ ਤੇ ਫਿਰ ਕੱਲ੍ਹ ਹੀ ਨਾ ਛੱਡਦੇ, ਕੱਲ੍ਹ ਹੀ ਕਿਉਂ ਬੇਲ ਮਿਲਦੀ? ਤਾਂ ਨਾ ਇੱਕ ਚੰਡੀਗੜ੍ਹ ਪੁਲਿਸ ਪਪਟ ਬਣ ਕੇ ਰਹਿ ਗਈ ਹੈ, ਉਹ ਹੋਰ ਕੁਝ ਨਹੀਂ ਹੈ, ਬੀਜੇਪੀ ਦੀ ਪਪਟ ਹੈ, ਹੋਰ ਕੁਝ ਵੀ ਨਹੀਂ ਹੈ। ਦਬਾਅ ਦੇ ਹੇਠ ਕੰਮ ਕਰ ਰਹੀ ਹੈ ਇਸ ਵੇਲੇ? ਬਿਲਕੁਲ ਬਿਲਕੁਲ ਉਹਨਾਂ ਦੇ ਦਬਾਅ ਦੇ ਹੇਠ ਹੀ। ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਅੰਦੋਲਨ ਚੱਲ ਰਿਹਾ ਹੈਗਾ ਲਗਾਤਾਰ, ਤੇ ਇਸ ਤਰੀਕੇ ਨਾਲ ਦਬਾਅ ਬਣਾ ਕੇ ਉਹਨੂੰ ਖਤਮ ਕੀਤਾ ਜਾ ਸਕਦਾ? 7 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ, 26 ਤਰੀਕ ਨੂੰ 8 ਮਹੀਨੇ ਹੋ ਜਾਣਗੇ। ਕੋਸ਼ਿਸ਼ ਤਾਂ ਹੈ ਇਹਨਾਂ ਦੀ, ਕੋਸ਼ਿਸ਼ ਇਹੀ ਹੈ ਕਿ ਹਾਂ ਵੀ ਆਪਾਂ ਇਸ ਅੰਦੋਲਨ ਨੂੰ ਦਬਾ ਦਈਏ, ਪਰ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਲੋਕ ਹੋਰ ਅਵੇਅਰ ਹੋ ਰਹੇ ਆ, ਹੋਰ ਨਾਲ ਜੁੜਨਗੇ। ਤੁਹਾਡੇ ਪਰਿਵਾਰ ਨੂੰ ਵੀ ਡਰਾਉਣ ਦੀ ਕੋਸ਼ਿਸ਼ ਹੋਈ ਹੈ ਸਿੱਧੇ ਤੌਰ ਤੇ? ਸਾਡੇ ਨਾਲ ਹੁਣ ਨਹੀਂ ਹੈ, ਸਾਡੇ ਤੇ ਇੱਕ ਵਾਰੀ ਪਹਿਲਾਂ ਵੀ ਪਰਚਾ ਹੋ ਚੁੱਕਿਆ ਸੀ, ਜਦ 34 ਚ ਬੀਜੇਪੀ ਦਫ਼ਤਰ ਦੇ ਬਾਹਰ ਸੀਗਾ ਪ੍ਰੋਟੈਸਟ। ਅਸੀਂ ਉਸ ਪ੍ਰੋਟੈਸਟ 'ਚ ਹੈ ਵੀ ਨਹੀਂ ਸੀਗੇ, ਤੇ ਵੀਰੇ ਦਾ ਨਾਮ ਉਸ ਪ੍ਰੋਟੈਸਟ 'ਚ ਸਾਨੂੰ 3-4 ਦਿਨ ਬਾਅਦ ਪਤਾ ਚੱਲਿਆ ਕਿ ਸਾਡਾ ਵੀ ਪਰਚੇ 'ਚ ਨਾਮ ਹੈਗਾ ਆ, ਤੇ ਉਸ ਪ੍ਰੋਟੈਸਟ 'ਚ ਅਸੀਂ ਸ਼ਾਮਿਲ ਹੈ ਹੀ ਨਹੀਂ ਸੀਗੇ। ਜਾਣੀ ਕਿ ਜਿਹੜੇ ਉਹਨਾਂ ਨੇ ਦੇਖ ਲਏ ਨੇ ਨੌਜਵਾਨ, ਉਹਨਾਂ ਦੇ ਘਰ ਉਦਾਂ ਹੀ ਰੇਡ ਪਾਈ ਜਾ ਰਹੀ ਜਾਂ ਉਹਨਾਂ ਨੂੰ ਦਬਾਇਆ ਜਾ ਰਿਹਾ? ਹਾਂ ਬਿਲਕੁਲ ਬਿਲਕੁਲ। ਅਮਨ, ਲਗਾਤਾਰ ਨਾਲ ਜੁੜੇ ਹੋਏ ਹੋ ਤੁਸੀਂ ਵੀ, ਕਿੱਦਾਂ ਦੇਖਦੇ ਹੋ ਸਾਰੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਲਗਾਤਾਰ ਚੰਡੀਗੜ੍ਹ ਦੇ ਵੱਲੋਂ, ਚੰਡੀਗੜ੍ਹ ਪੁਲਿਸ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਦਬਾਅ ਬਣਾਇਆ? ਮਤਲਬ ਚੰਡੀਗੜ੍ਹ ਦੇ ਵਿੱਚ ਕਿਉਂਕਿ ਭਾਜਪਾ ਦੀ ਸਰਕਾਰ ਆ ਕੇਂਦਰ ਦੇ ਵਿੱਚ, ਜੋ ਕੁਝ ਮੋਦੀ ਕਰ ਰਿਹਾ ਉਹੀ ਕੁਝ ਇੱਥੇ ਵੀ ਹੋ ਰਿਹਾ। ਉਹਨਾਂ ਦੀ ਪੁਲਿਸ ਆ, ਉਹਨਾਂ ਦੇ ਹੱਥਾਂ 'ਚ ਖੇਡ ਰਹੀ ਆ, ਉਹਨਾਂ ਨੂੰ ਸੁਰੱਖਿਆ ਲੋਕਾਂ ਦੀ ਕੋਈ ਪਰਵਾਹ ਨਹੀਂ, ਉਹਨਾਂ ਨੂੰ ਸਿਰਫ ਭਾਜਪਾ ਦੇ ਆਗੂਆਂ ਦੀ ਸੁਰੱਖਿਆ ਦੀ ਪਰਵਾਹ ਹੈ। ਦੂਸਰਾ, ਕੱਲ ਰਾਤ ਛੱਡੇ ਕਿਉਂ ਨੇ? ਕਿਉਂਕਿ ਲੋਕਾਂ ਦਾ ਉੱਥੇ ਇਕੱਠ ਵੱਧ ਗਿਆ ਸੀ, ਲੋਕਾਂ ਦਾ ਪ੍ਰੈਸ਼ਰ ਸੀ, ਤਾਂ ਉਸ ਪ੍ਰੈਸ਼ਰ ਹੇਠ ਛੱਡਣੇ ਪਏ। ਪਰ ਫਿਰ ਦੁਬਾਰਾ ਅਰੈਸਟਾਂ ਕਿਉਂ ਹੋ ਰਹੀਆਂ ਨੇ? ਕਿਉਂਕਿ ਉੱਤੋਂ ਡੰਡਾ ਆਇਆ ਚੱਲਿਆ ਵਾ ਵੀ ਤੁਸੀਂ ਅਰੈਸਟਾਂ ਕਰੋ, ਤੁਸੀਂ ਕਿਉਂ ਛੱਡੇ? ਜਦੋਂ ਸਾਡੇ ਆਗੂਆਂ ਨੂੰ ਉਹਨਾਂ ਨੇ ਘੇਰਿਆ, ਜਦੋਂ ਉਹਨਾਂ ਨੂੰ ਨਿਕਲਣ ਨਹੀਂ ਦਿੱਤਾ ਗਿਆ ਬਾਹਰ, ਤਾਂ ਉਦੋਂ ਤੁਸੀਂ ਉਹਨਾਂ ਬੰਦਿਆਂ ਨੂੰ ਦੁਬਾਰਾ ਚੱਕਣਾ ਸ਼ੁਰੂ ਕਰੋ। ਤੁਸੀਂ ਕਾਨੂੰਨ ਦੀ ਪੜ੍ਹਾਈ ਕਰ ਰਹੇ ਹੋ, ਆਪਣੀ ਪਹਿਲਾਂ ਵੀ ਕਈ ਵਾਰ ਮੁਲਾਕਾਤ ਹੋਈ ਹੈ, ਲੱਗਦਾ ਕਿ ਕਾਨੂੰਨ ਦੀ ਤਰ੍ਹਾਂ ਕੰਮ ਕਰ ਰਿਹਾ, ਜਾਂ ਕਾਨੂੰਨ ਇਸ ਵੇਲੇ ਕਿਤੇ ਨਾ ਕਿਤੇ ਹੱਥ ਖੜੇ ਕਰ ਚੁੱਕੇ? ਬਿਲਕੁਲ ਅਨਐਲਾਨੀ ਐਮਰਜੈਂਸੀ ਹੈ, ਮਤਲਬ ਕਾਨੂੰਨ ਦੀਆਂ ਸਾਰੀਆਂ ਧਾਰਾਵਾਂ ਛਿੱਕੇ ਟੰਗ ਕੇ ਅਰੈਸਟਾਂ ਹੋ ਰਹੀਆਂ ਨੇ। ਲੋਕਾਂ ਦੇ ਉੱਤੇ ਜਿਹੜੇ ਲੋਕ ਸਿਰਫ ਹੱਕ ਮੰਗ ਰਹੇ ਨੇ ਉਹਨਾਂ ਨੂੰ ਕਿਵੇਂ ਜੇਲ੍ਹਾਂ 'ਚ ਡੱਕਣਾ, ਮੈਨੂੰ ਲੱਗਦਾ ਇਸ ਤਰ੍ਹਾਂ ਨਾਲ ਕਾਨੂੰਨ ਦੀ ਅੱਜ ਵਰਤੋਂ ਹੋ ਰਹੀ ਹੈ। ਦੂਜੀ ਗੱਲ ਵੀ ਅਸਲ ਵਿੱਚ ਕਾਨੂੰਨ ਦਾ ਮਕਸਦ ਇਹ ਹੈ ਵੀ ਅਪਰਾਧ ਜਿਹੜੇ ਨੇ ਉਹਨਾਂ ਨੂੰ ਠੱਲ ਪਾਈ ਜਾਵੇ, ਜਿਹੜੇ ਅਪਰਾਧੀ ਨੇ ਉਹਨਾਂ 'ਚੋਂ ਜੇਲ੍ਹ 'ਚ ਸਿੱਟਿਆ ਜਾਵੇ। ਇਹ ਪਿਛਲੇ ਟਾਈਮ 'ਚ ਵੀ ਇਹੀ, ਆਪਾਂ ਕਾਂਗਰਸ ਨੂੰ ਕੋਈ ਬਹੁਤਾ ਚੰਗਾ ਨਹੀਂ ਕਹਿੰਦੇ, ਉਹ ਵੀ ਇਹੀ ਕੁਛ ਕਰਦੇ ਰਹੇ ਨੇ। ਜੇਲ੍ਹਾਂ ਦੇ ਵਿੱਚ ਬਹੁਤੇ ਬੇਕਸੂਰ ਲੋਕ ਬੈਠੇ ਨੇ, ਜਿਹੜੇ ਦੂਜੇ ਨੇ, ਦੋਸ਼ੀ ਨੇ, ਜਿਹੜੇ ਬਲਾਤਕਾਰੀ ਨੇ, ਜਿਹੜੇ ਮਰਡਰ ਕਰਕੇ ਨੇ, ਉਹ ਤਾਂ ਸਾਨੂੰ ਪਤਾ ਸੰਸਦ ਤੱਕ ਪਹੁੰਚ ਜਾਂਦੇ ਨੇ। ਇਸ ਕਰਕੇ ਕਾਨੂੰਨ ਦੀ ਵਰਤੋਂ ਸੱਤਾ ਵਿੱਚ ਬੈਠੀ ਧਿਰ ਆਪਦੇ ਹਿੱਤ ਦੇ ਲਈ, ਆਪਦੇ ਫਾਇਦੇ ਲਈ ਕਰ ਰਹੀ ਹੈ। ਅੱਜ ਲੱਗਦਾ ਕਿ ਇਸ ਅੰਦੋਲਨ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਕਿੰਨਾ ਸਮਾਂ ਹੋ ਗਿਆ, ਬਹੁਤ ਸਾਰੀਆਂ ਕੋਸ਼ਿਸ਼ਾਂ ਲਗਾਤਾਰਤਾ ਦੇ ਵਿੱਚ ਹੋਈਆਂ ਨੇ ਕਿ ਇਸ ਅੰਦੋਲਨ ਨੂੰ ਦੱਬਿਆ ਜਾਵੇ, ਕੁਚਲਿਆ ਜਾਵੇ, ਪਰ ਲੱਗਦਾ ਕਿ ਜਿਸ ਤਰੀਕੇ ਨਾਲ ਹੁਣ ਨੌਜਵਾਨ, ਜਿੱਦਾਂ ਇਹਨਾਂ ਪਰਿਵਾਰ ਦੀ ਗੱਲ ਕਰ ਲਈਏ, ਧੀਆਂ ਵੀ ਡਟੀਆਂ ਹੋਈਆਂ ਨੇ, ਤਾਂ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਕਿ ਅੰਦੋਲਨ ਹੁਣ ਉਸ ਤਰੀਕੇ ਨਾਲ ਖਤਮ ਹੋਣ ਵਾਲਾ ਨਹੀਂ, ਜਿਹੜੇ ਟੈਕਟਿਕਸ ਉਹ ਵਰਤ ਰਹੇ ਨੇ? ਬਿਲਕੁਲ। ਅੱਜ ਸਵੇਰੇ ਭਰਾ ਦੀ ਅਰੈਸਟ ਘਰੋਂ ਆ ਕੇ ਜਦੋਂ ਪੁਲਿਸ ਚੱਕ ਕੇ ਲੈ ਕੇ ਆਉਂਦੀ, ਉਸ ਤੋਂ ਬਾਅਦ ਭੈਣ ਦਾ ਇੰਨਾ ਚੰਗਾ ਬਿਆਨ ਇੱਕ ਸਾਹਮਣੇ ਆਉਂਦਾ, ਤੇ ਉਹ ਅੱਜ ਵੀ ਡਟੀ ਹੋਈ ਆਪਦੇ ਭਰਾ ਦੇ ਨਾਲ, ਤੇ ਇਹ ਗੱਲ ਕਹਿ ਰਹੇ ਆ ਵੀ ਅਸੀਂ ਅੰਦੋਲਨ 'ਚ ਉਸੇ ਤਰ੍ਹਾਂ ਕਾਇਮ ਰਹਾਂਗੇ। ਮੈਨੂੰ ਲੱਗਦਾ ਵੀ ਇੱਥੋਂ ਵੀ ਸੱਤਾ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹਨਾਂ ਨੂੰ ਸਮਝ ਆਉਣਾ ਚਾਹੀਦਾ ਵੀ ਲੋਕਾਂ ਦੇ ਹੌਸਲੇ ਤੁਸੀਂ ਇਸ ਤਰ੍ਹਾਂ ਅਰੈਸਟਾਂ ਕਰਕੇ ਨਹੀਂ ਡੋਲ ਸਕਦੇ। ਲੋਕਾਂ ਦੇ ਹੌਸਲੇ ਉਹ ਬੁਲੰਦ ਨੇ, ਉਹ ਸਗੋਂ ਦੀ ਗਿਣਤੀ ਦੇ ਵਿੱਚ ਲਗਾਤਾਰ ਇਕੱਠੇ ਹੁੰਦੇ ਜਾ ਰਹੇ ਨੇ। 8 ਮਹੀਨਿਆਂ ਦਾ ਸਬਰ ਹੈ ਸਾਡੇ ਅੰਦਰ, ਅਸੀਂ ਇੰਨੇ ਲੰਮੇ ਟਾਈਮ ਤੋਂ ਚੱਲਦੇ ਆ ਰਹੇ ਹਾਂ, ਤੇ ਹੁਣ ਅਸੀਂ ਇਹ ਅੰਦੋਲਨ ਨੂੰ ਛੱਡ ਦਾਂਗੇ, ਤੁਹਾਡੀਆਂ ਘੁਰਕੀਆਂ ਤੋਂ ਡਰ ਜਾਾਂਗੇ, ਤੁਹਾਡੀਆਂ ਇਸ ਤਰ੍ਹਾਂ ਜਿਹੜੀਆਂ ਘਰਾਂ ਦੇ ਵਿੱਚ ਆ ਕੇ ਗ੍ਰਿਫਤਾਰੀਆਂ ਕਰ ਰਹੇ ਹੋ ਉਹ ਤੋਂ ਡਰ ਜਾਾਂਗੇ। ਇਹ ਭੁਲੇਖੇ ਨੇ, ਇਹ ਸੱਤਾ ਦੇ ਜਿਹੜੇ ਅਸਲ ਵਿੱਚ ਆਪ ਸਾਵਰਕਰ ਵਰਗਿਆਂ ਦੇ ਚੇਲੇ ਨੇ, ਜਿਹੜੇ ਮਾਫੀਨਾਮੀਆਂ ਜੇਲ੍ਹਾਂ ਦੇ ਵਿੱਚ ਮੰਗਦੇ ਰਹੇ ਨੇ, ਜਿਨ੍ਹਾਂ ਨੂੰ ਜੇਲ੍ਹ ਜਾਣ ਤੋਂ ਬਹੁਤ ਡਰ ਲੱਗਦਾ ਰਿਹਾ। 47 ਤੋਂ ਪਹਿਲਾਂ ਉਹਨਾਂ ਦੀ ਕੋਈ ਅੰਦੋਲਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ। ਉਹਨਾਂ ਨੂੰ ਲੱਗਦਾ ਵੀ ਸ਼ਾਇਦ ਜਿਵੇਂ ਉਹ ਡਰਦੇ ਨੇ ਉਵੇਂ ਅਸੀਂ ਵੀ ਡਰ ਜਾਾਂਗੇ। ਪਰ ਅੱਜ ਉਹ ਦੇਸ਼ ਭਗਤੀ ਦੀ ਇੱਕ ਵੱਖਰੀ ਤਰੀਕੇ ਦੀ ਡੈਫੀਨੇਸ਼ਨ ਸਮਝਾਉਣ ਦੀ ਕੋਸ਼ਿਸ਼, ਉਹ ਸਾਨੂੰ ਦੇਸ਼ ਧਰੋਹੀ ਕਹਿਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਉਹ ਗੱਲਾਂ ਕਰ ਰਹੇ ਨੇ, ਪਰ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਭਗਤ ਸਰਾਭੇ ਉਹਨਾਂ ਦੇ ਚੱਲੇ ਆ। ਅਸੀਂ ਉਹਨਾਂ ਦੇ ਆ ਜਿਹੜੇ ਗਦਰੀ ਬਾਹਰੋਂ ਮੁਲਕਾਂ ਦੇ ਵਿੱਚੋਂ ਇੱਥੇ ਆ ਕੇ ਆਪਦਾ ਸਾਰੀ ਰੋਟੀ ਪੜ੍ਹਾਈਆਂ ਨੂੰ ਲੱਤ ਮਾਰ ਕੇ ਇੱਥੇ ਪਹੁੰਚੇ ਸੀ। ਤਾਂ ਅੱਜ ਵੀ ਲੋਕ ਆਪਦੇ ਹੱਕਾਂ ਦੇ ਲਈ ਉਵੇਂ ਹੀ ਡਟੇ ਰਹਿਣਗੇ। ਸਗੋਂ ਤੁਹਾਡਾ ਜਿੰਨਾ ਜ਼ਬਰ ਜ਼ੋਰ ਜ਼ੁਲਮ ਵਧੂਗਾ, ਓਨੀ ਦੁੱਗਣੀ ਉਹਦੇ ਵਿੱਚ ਲੁੱਕ ਤਾਕਤ ਦੇ ਨਾਲ ਲੋਕ ਜਿਹੜੇ ਨੇ ਉਹ ਬਾਹਰ ਸੜਕਾਂ ਤੇ ਆਉਣ। ਕੀ ਨਾਮ ਜੀ ਤੁਹਾਡਾ? ਗਿਆਨ ਚੰਦ ਜੀ, ਕੌਣ ਵਿਅਕਤੀ ਇੱਥੋਂ ਤੁਹਾਡੇ ਨਾਲ ਦਾ ਚੱਕ ਹੋਇਆ ਹੈਗਾ, ਤੇ ਇਹ ਪੁਲਿਸ ਦੇ ਰਵੱਈਏ ਨੂੰ ਜਾਂ ਇੱਥੋਂ ਦੀ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਰਵੱਈਏ ਨੂੰ ਕਿਸ ਨਜ਼ਰੀਏ ਨਾਲ? ਰਜਿੰਦਰ ਸਿੰਘ, ਇਹ ਸਾਡਾ ਨੌਜਵਾਨ ਹੈ, ਬੜੈਲ ਤੋਂ 49 ਸੈਕਟਰ ਦੀ ਮਾਰਕੀਟ ਦੁਕਾਨ ਹੈ। ਇਹਦੇ ਨਾਲ ਇੱਕ ਸਮਾਜ ਸੇਵਕ ਹੈ, ਇੱਕ ਸੋਸ਼ਲ ਵਰਕਰ ਹੈ, ਬਹੁਤ ਮੁੰਡਾ ਸਾਊ ਮੁੰਡਾ। ਇਹਨੂੰ ਵਾਹੀਆਤ ਜਾਣ ਬੁੱਝ ਕੇ ਬੀਜੇਪੀ ਦੇ ਪ੍ਰੈਸ਼ਰ ਦੇ ਨੀਚੇ ਇਹਨੂੰ ਚੱਕਿਆ ਗਿਆ। ਕਾਰਨ ਇਹ ਹੈ ਕਿ ਕਿਸਾਨ ਜਿਹੜਾ ਅੰਦੋਲਨ ਚੱਲ ਰਿਹਾ ਮੋਰਚੇ ਵੱਲੋਂ ਵਾਲਾ, ਅਸੀਂ ਪੇਂਡੂ ਸੰਘਰਸ਼ ਕਮੇਟੀ ਵੱਲੋਂ ਮੈਂ ਬਿਲੋਂਗ ਕਰਦਾ, ਮੈਂ ਉਹਦਾ ਮੇਨ ਮੈਂਬਰ ਐਕਟਿਵਿਸਟ ਹਾਂ। ਅਸੀਂ ਪੇਂਡੂ ਸੰਘਰਸ਼ ਕਮੇਟੀ ਵੱਲੋਂ ਇਹ ਪੂਰੇ ਕਿਸਾਨ ਮੋਰਚੇ ਦੀ ਹਮਾਇਤ ਹੈ। ਅਸੀਂ ਨਾ ਹੁੱਲੜਬਾਜ਼ੀ ਕਰਦੇ, ਨਾ ਕੋਈ ਦੰਗਾ ਫਸਾਦ ਕਰਦੇ, ਨਾ ਸਾਨੂੰ ਇਹ ਪਸੰਦ ਹੈ। ਔਰ ਜਿਹੜਾ ਕਿਸਾਨ ਮੋਰਚਾ ਹੈ, ਅਸੀਂ ਇਸ ਉਮੀਦ ਨਾਲ ਖੜੇ ਹਾਂ
ਰਹਾਂਗੇ ਇਹ ਜਿੱਤ ਕੇ ਨਿਕਲੂਗਾ, ਇਸ ਤੋਂ ਬਗੈਰ ਕੋਈ ਚਾਰਾ ਨਹੀਂ। ਜਿੱਤਣਾ ਹੀ ਦੇਸ਼ ਦੀ ਜ਼ਰੂਰਤ ਹੈ। ਹੁਣ ਇਹ ਕਿਸਾਨ ਮੋਰਚਾ ਦੇਸ਼ ਦਾ ਮੋਰਚਾ ਬਣ ਗਿਆ। ਦੁਨੀਆ ਦੇ ਵਿੱਚ ਅੱਜ ਪਤਾ ਲੱਗ ਗਿਆ ਵੀ ਜਿਹੜਾ ਦਿੱਲੀ ਦੇ ਵਿੱਚ ਕਿਸਾਨ ਮੋਰਚੇ ਵੱਲੋਂ ਇੱਕ ਸੰਘਰਸ਼ ਲੜਿਆ ਜਾ ਰਿਹਾ ਹੈ 3 ਕਾਲੇ ਕਾਨੂੰਨਾਂ ਦੇ ਖਿਲਾਫ, ਇਹ ਉਸੇ ਤਰ੍ਹਾਂ ਜਦੋਂ ਅੰਗਰੇਜ਼ ਸਰਕਾਰ ਨੇ 1907 ਦੇ ਵਿੱਚ ਇੱਦਾਂ ਹੀ ਕੀਤਾ ਸੀਗਾ, ਕਾਲੇ ਕਾਨੂੰਨ ਬਣਾਏ ਸੀਗੇ। ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਤੇ ਹੋਰ ਦੇਸ਼ ਭਗਤ ਲੋਕਾਂ ਨੇ ਡਟ ਕੇ ਮੁਕਾਬਲਾ ਕਰਕੇ ਅੰਗਰੇਜ਼ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਕਰਾਏ ਸੀ। ਇਹ ਜਿਹੜੀ ਬੀਜੇਪੀ ਦੀ ਸਰਕਾਰ ਹੈ, ਇਹ ਰਾਮ ਦੇ ਨਾਂ ਤੇ, ਭਗਤਾਂ ਦੇ ਨਾਂ ਤੇ ਠੱਗੀਆਂ ਮਾਰਨ ਵਾਲੀ ਸਰਕਾਰ ਹੈ। ਇਹ ਬੜੇ ਕਾਰਪੋਰੇਟ ਘਰਾਣਿਆਂ ਦੀ ਦਲਾਲ ਸਰਕਾਰ ਹੈ, ਅੰਬਾਨੀਆਂ ਤੇ ਅਡਾਨੀਆਂ ਦੀ। ਇਹ ਖਾਸ ਕਰਕੇ ਇਹਨਾਂ ਸਾਲਾਂ ਦੇ ਵਿੱਚ ਜਿੱਦਾਂ ਦੇ ਮੋਦੀ ਜੀ ਆਏ ਨੇ ਐਨੇ ਮਿਹਰਬਾਨ ਹੋ ਗਏ, ਸਭ ਲੋਕਾਂ ਦਾ ਕਾਰੋਬਾਰ ਠੱਪ ਹੋਏ ਨੇ, ਸਿਰਫ ਅੰਬਾਨੀਆਂ ਦਾ ਵਿਕਾਸ ਕੀਤਾ ਹੈ। ਇਹ ਜਿਹੜਾ ਵਿਕਾਸ ਦੀ ਗੱਲ ਕਰਦਾ, ਮਨ ਦੀ ਗੱਲ ਹੈ, ਮਨ ਦੀ ਗੱਲ ਹੁਣ ਬਿੱਲੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਇਹ ਵਿਕਾਸ ਦਾ ਮਤਲਬ ਇਹਦਾ ਹੈ ਵੀ ਅੰਬਾਨੀ ਅਡਾਨੀ ਦਾ ਵਿਕਾਸ ਕਰਨਾ, ਦੇਸ਼ ਨੂੰ ਤਬਾਹ ਕਰਨਾ, ਨਾ ਕਿਸਾਨ ਨੂੰ ਛੱਡਣਾ, ਨਾ ਮਜ਼ਦੂਰ ਨੂੰ ਛੱਡਣਾ, ਨਾ ਆਮ ਲੋਕਾਂ ਨੂੰ ਛੱਡਣਾ, ਨਾ ਦੁਕਾਨਦਾਰ ਨੂੰ ਛੱਡਣਾ। ਅਸੀਂ ਕਿਸਾਨ ਮੋਰਚੇ ਦੇ ਨਾਲ ਹਮੇਸ਼ਾ ਖੜੇ ਹਾਂ ਔਰ ਅਸੀਂ ਕਿਸੇ ਦੰਗੇ 'ਚ ਜੀ, ਕਿਸੇ ਉਸ ਚੱਕਰ 'ਚ, ਲੜਾਈ ਝਗੜੇ 'ਚ ਨਹੀਂ। ਅਸੀਂ ਹਮੇਸ਼ਾ ਸ਼ਾਂਤੀ ਦੇ ਪ੍ਰਤੀਕ ਹੈ। ਸਾਨੂੰ ਮਾਣ ਹੈ, ਅਸੀਂ ਭਗਤ ਸਿੰਘ ਸਰਾਭੇ ਨੂੰ ਵਾਰਸ ਹਾਂ ਉਸਦੇ। ਇਹ ਦੇਸ਼ ਉਹਨਾਂ ਦੀ ਬਦੌਲਤ ਆਜ਼ਾਦ ਹੋਇਆ, ਨਾ ਕਿ ਜਿਹੜੇ ਨਿੱਕਰਾਂ ਪਾਉਣ ਵਾਲੇ RSS ਦੀ BJP ਦੀ ਸਰਕਾਰ ਹੈ ਜਿਹੜੀ ਅੱਜ ਲੁਟੇਰਿਆਂ ਦਾ ਟੋਲਾ ਇਕੱਠਾ ਹੋ ਗਿਆ। 26 ਜਨਵਰੀ ਦੀ ਮੈਂ ਤੁਹਾਨੂੰ ਮਿਸਾਲ ਦੇਣਾ ਚਾਹੁੰਦਾ। ਅਮਿਤ ਸ਼ਾਹ ਨੇ ਦਿੱਲੀ ਦੀ ਪੁਲਿਸ ਨੂੰ ਬੁਲਾ ਕੇ ਇਹਨਾਂ ਨੇ ਸੋਚਿਆ ਵੀ ਇਹਨੂੰ ਦੜਾ ਕੇ ਇੱਥੋਂ ਕੁੱਟ-ਕੱਟ ਕੇ ਭਜਾ ਦਈਏ, ਉਸ ਵਿੱਚ ਕਾਮਯਾਬ ਨਹੀਂ ਹੋਏ। ਸਾਡੇ ਬੜਾ ਦੁੱਖ ਲੱਗਿਆ ਉਸ ਗੱਲ ਦਾ। ਉਸ ਦੇ ਵਿੱਚ ਉਹਨੂੰ ਫੇਲ ਹੋਣਾ ਪਿਆ, ਨਹੀਂ ਉਹਨਾਂ ਨੇ ਬੜੀ ਤਿਆਰੀ ਕਰ ਲਈ ਵੀ ਇਹਨਾਂ ਨੂੰ ਦੜਾ ਦਈਏ। ਹਰੇਕ ਤਰ੍ਹਾਂ ਦੀ ਤਿਆਰੀ ਜਿਹੜੀ ਹੈ ਇਸ ਅੰਦੋਲਨ ਦੇ ਵਿੱਚ ਕੀਤੀ ਗਈ ਹੈ, ਬਾਰ-ਬਾਰ ਹੋ ਰਹੀ ਹੈ, ਰੋਜ਼ੇ ਹੋ ਰਹੀ। ਚੰਡੀਗੜ੍ਹ ਦੀ ਜਿਹੜੀ BJP ਹੈ ਸਿੱਧੀ ਅਮਿਤ ਸ਼ਾਹ ਦੇ ਅੰਡਰ ਹੁੰਦੀ, ਹੋਮ ਮਿਨਿਸਟਰੀ ਦੇ, MHA ਦੇ ਅੰਡਰ। ਇਹਦੇ ਵਿੱਚ ਇਹਨਾਂ ਨੇ ਇਹ ਸੋਚਿਆ ਵੀ ਚੰਡੀਗੜ੍ਹ ਦੇ ਵਿੱਚ ਤਾਂ ਅਸੀਂ ਕੁਝ ਹੋਣ ਨਹੀਂ ਦੇਣਾ, ਪੰਜਾਬ ਹਰਿਆਣਾ 'ਚ ਹੁੰਦਾ ਰਹੇ। ਇਹਨਾਂ ਨੇ ਜਿਹੜੀ ਗੁੰਡਾਗਰਦੀ, ਕੱਲ੍ਹ ਸਾਨੂੰ ਅਫਸੋਸ ਹੈ, ਇਹ ਕੱਲ੍ਹ ਦਾ ਦਿਨ ਕਾਲਾ ਦਿਨ ਮੰਨਿਆ ਜਾਣਾ ਚਾਹੀਦਾ। ਚੰਡੀਗੜ੍ਹ ਦੇ ਵਿੱਚ ਨਜਾਇਜ਼ ਨੌਜਵਾਨ ਤੇ ਜਾਂ ਸਾਡਾ ਨੌਜਵਾਨ ਹੈ ਉਹਨੂੰ ਅੰਦਰ ਕਰਕੇ ਇਹ ਬਹੁਤ ਮਾੜਾ ਕੰਮ ਕੀਤਾ ਹੈ ਔਰ ਇਹਦੇ ਲਈ ਸੰਘਰਸ਼ ਵੀ ਕਰਾਂਗੇ। ਜੋ ਸਾਡੇ ਤੋਂ ਅਸੀਂ ਉਹ ਕਰਨ ਨੂੰ ਤਿਆਰ ਹੈ, ਪਰ ਅਸੀਂ ਸ਼ਾਂਤੀ ਦੇ ਉਹਦੇ ਵਿੱਚ ਵਿਸ਼ਵਾਸ ਲੈ ਕੇ ਕਾਰਵਾਈ ਕਰੂੰਗੇ। ਗਗਨ, ਸੰਦੀਪ, ਨੌਜਵਾਨ ਲਗਾਤਾਰ ਜੁੜੇ ਹੋਏ ਨੇ ਅੰਦੋਲਨ ਦੇ ਨਾਲ। ਜਿਸ ਤਰੀਕੇ ਨਾਲ ਇਹ ਹਰਾਸਤਾਂ ਹੋ ਰਹੀਆਂ ਨੇ, ਸਿੱਧੇ ਤੌਰ ਤੇ ਗ੍ਰਿਫਤਾਰ ਕੀਤੇ ਜਾ ਰਹੇ ਨੇ, ਉਹਨਾਂ ਨੂੰ ਅਦਾਲਤਾਂ ਦਾ ਮੂੰਹ ਦੇਖਣਾ ਪੈ ਰਿਹਾ ਨੌਜਵਾਨਾਂ ਨੂੰ। ਲੱਗਦਾ ਕਿ ਨੌਜਵਾਨ ਇਸ ਅੰਦੋਲਨ ਦੇ ਨਾਲ ਨਾ ਜੁੜਨ, ਇਹ ਵੱਡੀ ਕਾਰਵਾਈ ਇਸੇ ਪਿੱਛੇ ਹੀ ਕਾਰਨ ਮੰਨਿਆ ਜਾ ਸਕਦਾ। ਬਿਲਕੁਲ ਜੀ, ਸਰਕਾਰ ਦੀ ਤਾਂ ਹਮੇਸ਼ਾ ਸ਼ੁਰੂ ਤੋਂ ਕੋਸ਼ਿਸ਼ ਆ ਨਾ ਕਿ ਜੋ ਵੀ ਲੜਨ ਵਾਲੇ ਲੋਕ ਆ ਉਹਨਾਂ ਨੂੰ ਦੱਬਿਆ ਜਾਵੇ ਕਿਵੇਂ ਨਾ ਕਿਵੇਂ। ਪਰ ਸਾਡਾ ਇਤਿਹਾਸ ਗਵਾਹ, ਉਹ ਚਾਹੇ ਅਸੀਂ ਬਾਬੇ ਬੰਦੇ ਬਹਾਦਰ ਦੀ ਲੜਾਈ ਤੋਂ ਦੇਖ ਲਈਏ, ਅੰਗਰੇਜ਼ਾਂ ਦੇ ਉਲਟ ਵੀ ਲੜੇ ਹਾਂ ਅਸੀਂ, ਉਦੋਂ ਬਾਅਦ ਨਕਸਲਬਾੜੀ ਹੋਈ ਆ, ਉਦੋਂ ਬਾਅਦ ਪੰਜਾਬੀ ਸੂਬੇ ਦੀ ਮੂਵਮੈਂਟ, ਹੋਰ ਵੀ ਕਈ ਮੂਵਮੈਂਟਾਂ ਹੋਈਆਂ ਹਨ। ਅੱਜ ਕਿਸਾਨੀ ਧਰਨਾ ਚੱਲ ਰਿਹਾ, ਮਤਲਬ ਨੌਜਵਾਨਾਂ ਦੇ ਵਿੱਚ ਹਮੇਸ਼ਾ ਹੀ ਇੱਕ ਵੱਡਾ ਰੋਲ ਰਿਹਾ। ਜੇ ਅਸੀਂ ਵੇਖੀਏ ਸਾਰੇ ਸੰਘਰਸ਼ਾਂ 'ਚ ਇੱਕ ਵੱਡਾ ਰੋਲ ਰਿਹਾ ਨੌਜਵਾਨਾਂ ਦਾ, ਅਤੇ ਇਸ ਧਰਨੇ 'ਚ ਵੀ ਨੌਜਵਾਨਾਂ ਦਾ ਵੱਡਾ ਰੋਲ ਹੈ। ਉਹ ਚਾਹੇ 26 ਨਵੰਬਰ ਨੂੰ ਵੇਖ ਲਈਏ, ਚਾਹੇ 26 ਜਨਵਰੀ ਨੂੰ ਵੇਖ ਲਈਏ, ਚਾਹੇ ਜੇ ਚੰਡੀਗੜ੍ਹ ਦੀ ਗੱਲ ਕਰਨੀ ਹੋਵੇ, ਪਿਛਲੀ 26 ਜੂਨ ਨੂੰ ਚੰਡੀਗੜ੍ਹ ਪੁਲਿਸ ਨੂੰ ਹੰਕਾਰ ਸੀ ਆਪਦੇ ਦੇ ਵੀ ਅਸੀਂ ਨੌਜਵਾਨਾਂ ਨੂੰ ਜਾਂ ਲੋਕਾਂ ਨੂੰ ਚੰਡੀਗੜ੍ਹ ਦੇ ਅੰਦਰ ਨਹੀਂ ਵੜਨ ਦਿੰਦੇ। ਪਰ ਉਦਣ ਲੋਕਾਂ ਨੇ ਦਿਖਾਤਾ, ਲੋਕ ਚੌਂਕਾਂ 'ਚ ਨੱਚਦੇ ਫਿਰਦੇ ਕਿ ਇਹ ਚੰਡੀਗੜ੍ਹ ਵੀ ਜਿਹੜਾ ਸਾਡੇ ਪਿੰਡ ਉਜਾੜ ਕੇ ਵਸਾਇਆ, ਇਹ 'ਤੇ ਜਿਹੜਾ ਹੱਕ ਹੈ ਇਹ ਸਾਡਾ, ਮਤਲਬ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਕਿ। ਅਤੇ ਇਹ ਚੰਡੀਗੜ੍ਹ ਪ੍ਰਸ਼ਾਸਨ ਉਸੇ ਜਿਹੜੇ ਉਹ ਤੋਂ ਬਖਲਾਇਆ ਹੋਇਆ, ਉਸ ਧਰਨੇ ਤੋਂ ਡਰਿਆ ਹੋਇਆ, ਤਾਂ ਕਰਕੇ ਨੌਜਵਾਨ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਤਾਂ ਕਿ ਇਹ ਧਰਨੇ ਨੂੰ ਦੱਬਿਆ ਜਾਵੇ। ਸੰਦੀਪ, ਬੜੀ ਹੈਰਾਨੀ ਹੈ ਇਸ ਗੱਲ ਦੀ ਕਿ ਉਹ ਵਾਲੀਆਂ ਧਾਰਾਵਾਂ ਲਗਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਤੁਕ ਨਹੀਂ ਬਣਦਾ, ਕਿ ਪੁਲਿਸ ਦੇ ਉੱਪਰ ਅਟੈਕ ਕੀਤਾ ਗਿਆ, ਜਦ ਕਿ ਇੱਦਾਂ ਦੀਆਂ ਤਸਵੀਰਾਂ ਕੋਈ ਸਾਹਮਣੇ ਨਹੀਂ ਆਈਆਂ। ਮਾਰੂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ, ਇੱਦਾਂ ਦੀਆਂ ਧਾਰਾਵਾਂ ਦੀ ਗੱਲ ਹੋ ਰਹੀ ਹੈ, ਤਾਂ ਇੱਦਾਂ ਦੀਆਂ ਵੀ ਚੀਜ਼ਾਂ ਕੋਈ ਸਾਹਮਣੇ ਨਹੀਂ ਆ ਰਹੀਆਂ, ਵੀਡੀਓ ਸਾਹਮਣੇ ਨਹੀਂ ਆ ਰਹੀਆਂ। ਤਾਂ ਬੇਸ ਕੀ ਹੈਗਾ ਇਸ ਚੀਜ਼ ਦਾ? ਲੱਗਦਾ ਕਿ ਸਿਰਫ ਡਰਾਉਣ ਦੀ ਕੋਸ਼ਿਸ਼। ਮਤਲਬ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅੱਜ ਬੜੇ ਲੰਬੇ ਸਮੇਂ ਤੋਂ ਭਾਰਤ ਦੇ ਵਿੱਚ ਭਾਰਤ ਨੂੰ ਇੱਕ ਮਿਲਟਰੀ ਸਟੇਟ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ। ਇੱਥੇ UAPA ਵਰਗੇ ਕਾਨੂੰਨ, ਆਰਮਡ ਫੋਰਸ ਸਪੈਸ਼ਲ ਪਾਵਰ ਐਕਟ ਵਰਗੇ ਕਾਨੂੰਨ, ਉਹਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਪਾਉਣ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ। ਮਤਲਬ ਚਾਹੇ ਉਹ 14 ਸਾਲਾਂ ਦਾ ਨੌਜਵਾਨ ਹੋਵੇ, ਕੱਲ੍ਹ ਜਿਹਨੂੰ ਜੇਲ੍ਹ ਦੇ ਵਿੱਚ ਲੈ ਕੇ ਗਏ ਨੇ, ਉਸ ਤੋਂ ਮਤਲਬ 84 ਸਾਲ ਦਾ ਸਟੇਨ ਸਵਾਮੀ ਆ, ਉਹ ਵੀ ਟਰਾਈਬਲ ਹੱਕਾਂ ਲਈ ਲੜ ਰਿਹਾ, ਉਹਨੂੰ ਵੀ ਜੇਲ੍ਹ ਦੇ ਵਿੱਚ ਡੱਕ ਰਹੇ ਨੇ, UAPA ਲਾ ਰਹੇ ਨੇ। ਪ੍ਰੋਫੈਸਰ ਸਾਈਂ ਬਾਬਾ 90% ਡਿਸੇਬਲ ਆ, ਉਹਦੇ ਉੱਪਰ ਵੀ ਇਹ ਧਾਰਾਵਾਂ ਲਾਈਆਂ ਜਾ ਰਹੀਆਂ ਨੇ। ਅੱਜ ਲਾਡੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ, ਉਹਦਾ ਕੋਈ ਆਧਾਰ ਨਹੀਂ ਹੈਗਾ। ਨਾਲੇ ਜਿਹੜੀ ਇਹ ਬਾਈਨਰੀ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਪੱਥਰ ਚੱਲੇ, ਵਾਇਲੈਂਸ ਚੱਲੀ, ਨੌਨ ਵਾਇਲੈਂਸ, ਇਹ ਫਾਲਤੂ ਦੀ ਡਿਬੇਟ ਆ। ਸਭ ਤੋਂ ਵੱਡੀ ਵਾਇਲੈਂਸ BJP ਸਰਕਾਰ, ਭਾਰਤ ਸਰਕਾਰ ਲਗਾਤਾਰ ਕਿਸਾਨਾਂ ਦੇ ਉੱਪਰ ਕਰ ਰਹੀ ਆ। ਮਤਲਬ ਜਦੋਂ ਤੁਸੀਂ ਸਾਡੀ ਹੋਂਦ ਆ
ਜਿਹੜੀ ਉਹ ਹੋਂਦ ਖਤਮ ਕਰ ਦੂੰਗੇ। ਹੋਂਦ ਜ਼ਿਆਦਾ ਇੰਪੋਰਟੈਂਟ ਹੈ ਕਿ ਪੱਥਰ ਮਾਰਨਾ ਜ਼ਿਆਦਾ ਇੰਪੋਰਟੈਂਟ? ਬੜੀ ਹੈਰਾਨੀ ਹੈ ਕਿ ਯੂਆ ਪਾਰ ਕੇ ਤੁਸੀਂ ਜ਼ਿਕਰ ਕਰ ਰਹੇ ਹੋ, ਅਸੀਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਯੂਆ ਪਾਰ ਕੇ ਕਾਨੂੰਨ ਲਗਾਉਣੇ ਬੜੇ ਸੰਗੀਨ ਦੋਸ਼ ਨੇ ਇਹ ਕਿ ਦੇਸ਼ ਵਿਰੋਧੀ ਗਤੀਵਿਧੀਆਂ ਸਿੱਧੇ ਤੌਰ ਤੇ। ਬੜੀ ਹੈਰਾਨੀ ਹੁੰਦੀ ਹੈ ਕਿ ਆਪਣੇ ਦੇਸ਼ ਵਾਸੀਆਂ ਦੇ ਉੱਪਰ ਹੀ ਇਦਾਂ ਦੀਆਂ ਧਾਰਾਵਾਂ ਲਾਈਆਂ ਜਾ ਰਹੀਆਂ। ਨਾਲੇ ਬਾਰਡਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉੱਥੇ ਇਦਾਂ ਦੀਆਂ ਤਾਰਾਂ ਲਾ ਦਿੱਤੀਆਂ ਗਈਆਂ ਜਿਹੜੀਆਂ ਸਰਹੱਦਾਂ ਤੇ ਵੀ ਨਹੀਂ ਲੱਗਦੀਆਂ, ਜਿਹੜੇ ਦੋ ਦੇਸ਼ਾਂ ਨੂੰ ਵੰਡਦੀਆਂ ਨੇ। ਲੱਗਦਾ ਕਿ ਸਿੱਧੇ ਤੌਰ ਤੇ ਅਣਮਨੁੱਖੀ ਵਤੀਰਾ ਹੈਗਾ ਇਸ ਵੇਲੇ ਸੂਬੇ ਦੀ, ਮੌਕੇ ਦੀ ਸਰਕਾਰ ਦਾ, ਜਾਂ ਮੌਕੇ ਦੀ ਜਿਹੜਾ ਪ੍ਰਸ਼ਾਸਨ ਹੈਗਾ ਇਸ ਵੇਲੇ? ਮਤਲਬ ਅਸਲ ਦੇ ਵਿੱਚ ਪ੍ਰਸ਼ਾਸਨ ਕੋਈ ਵੀ ਹੈ, ਚਾਹੇ ਉਹ ਕਾਂਗਰਸ ਦਾ ਹੈ, ਬੀਜੇਪੀ ਦਾ, ਆਮ ਆਦਮੀ ਪਾਰਟੀ ਦਾ, ਚਾਹੇ ਉਹ ਅਕਾਲੀ ਦਲ ਦਾ, ਸਾਰਿਆਂ ਦਾ ਇੱਕ ਰੂਲਿੰਗ ਕਲਾਸ ਦਾ ਇੱਕ ਨੇਚਰ ਹੈ ਕਿ ਉਹਨਾਂ ਨੇ ਲੋਕਾਂ ਦੇ ਹੱਕਾਂ ਨੂੰ ਦਬਾ ਕੇ ਕਾਰਪੋਰੇਟਾਂ ਦੀ ਦਲਾਲੀ ਕਿਵੇਂ ਕਰਨੀ ਹੈ, ਇਹ ਉਹਨਾਂ ਦਾ ਮੇਨ ਉਹ ਆ। ਮਤਲਬ ਅੱਜ ਪੂਰੇ ਭਾਰਤ ਦੇ ਵਿੱਚ ਇਹ ਸਾਰਾ ਚੱਲ ਰਿਹਾ ਹੈ ਕਿ ਕਿਵੇਂ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾਇਆ ਜਾਵੇ। ਮਤਲਬ ਚੰਡੀਗੜ੍ਹ ਪੁਲਿਸ ਦਾ ਜਿਹੜਾ ਇਹ ਰਵੱਈਆ, ਇਹ ਸਿਰਫ ਕਿਸਾਨਾਂ ਪ੍ਰਤੀ ਨਹੀਂ, ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਲਗਾਤਾਰ ਸੰਘਰਸ਼ ਕੀਤਾ, ਉੱਥੇ ਲਾਠੀ ਚਾਰਜ ਕੀਤਾ, ਬਟ ਉਸ ਤੋਂ ਬਾਅਦ ਇਹ ਇੱਕ ਗੱਲ ਭੁੱਲ ਜਾਂਦੇ ਨੇ ਕਿ ਜਦੋਂ ਤੁਸੀਂ ਲੋਕਾਂ ਨੂੰ ਗ੍ਰਿਫਤਾਰ ਕਰਦੇ ਹੋ, ਤੁਸੀਂ ਲਾਡੀ ਵਰਗੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਦੇ ਹੋ, ਉਹਨੇ ਦਬਣਾ ਥੋੜ੍ਹੀ ਆ, ਉਹਨੇ ਤਾਂ ਹੋਰ ਬੂਮਰੈਂਗ ਕਰਨਾ। ਮਤਲਬ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੋਚ ਲੈਣਾ ਚਾਹੀਦਾ ਕਿ ਪਹਿਲਾਂ ਦਿੱਲੀ ਸੀਜ਼ ਹੋਇਆ, ਹੁਣ ਚੰਡੀਗੜ੍ਹ ਸੀਜ਼ ਨਾ ਕਰਵਾਵੇ, ਇਹ ਉਹਦੇ ਉੱਪਰ ਡਿਪੈਂਡ ਕਰਦਾ ਕਿ ਕਿਸਾਨ ਜਿਹੜੇ ਹੈਗੇ ਨੇ ਚੰਡੀਗੜ੍ਹ ਸੀਜ਼ ਕਰ ਲੈਣਗੇ, ਸਾਰੇ ਲੋਕ ਇੱਥੇ ਆ ਕੇ ਇਕੱਠੇ ਹੋ ਜਾਣਗੇ। ਜਲਦੀ ਤੋਂ ਜਲਦੀ ਜਿਹੜੇ ਝੂਠੇ ਇਲਜ਼ਾਮ ਲਾ ਕੇ ਤੁਸੀਂ ਲਾਡੀ ਵਰਗੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਇਹਦੇ ਨਾਲ ਸਾਡੇ ਹੌਸਲੇ ਘਟਣੇ ਨਹੀਂ ਵੱਧਣੇ ਨੇ। ਪ੍ਰਿਆ, ਬੜੀ ਹੈਰਾਨੀ ਹੈ ਕਿ ਇਸ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਕੋਈ ਵੀ ਨੌਜਵਾਨ ਹਿੱਸਾ ਨਾ ਬਣੇ। ਹੁਣ ਜਦੋਂ ਇਦਾਂ ਦੀਆਂ ਕਾਰਵਾਈਆਂ ਹੁੰਦੀਆਂ ਸਗੋਂ ਵੱਧ ਚੜ੍ਹ ਕੇ ਨੌਜਵਾਨ ਹਿੱਸਾ ਬਣ ਰਹੇ ਨੇ। ਵੱਡੀ ਗੱਲ ਹੈ ਕਿ ਲੜਕੀਆਂ ਵੀ ਇਸ ਅੰਦੋਲਨ ਦਾ ਹਿੱਸਾ ਬਣ ਰਹੀਆਂ ਨੇ। ਲੱਗਦਾ ਕਿ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਹੁਣ ਗੰਭੀਰਤਾ ਨਾਲ ਦੇਖ ਲੈਣਾ ਚਾਹੀਦਾ ਕਿ ਇਸ ਤਰੀਕੇ ਨਾਲ ਹੱਲ ਨਹੀਂ ਜਿਹੜਾ ਉਹ ਵਰਤਣ ਦੇ। ਮਤਲਬ ਬਿਲਕੁਲ ਇਹ ਤਾਂ ਸਰਕਾਰ ਨੂੰ ਪਹਿਲੇ ਦਿਨ ਤੋਂ ਹੀ ਦੇਖ ਲੈਣਾ ਚਾਹੀਦਾ। ਜਦੋਂ ਆਪਾਂ ਔਰਤਾਂ ਦੀ ਭਾਗੀਦਾਰੀ ਦੀ ਗੱਲ ਕਰਦੇ ਹਾਂ, ਮਤਲਬ ਇਹ ਧਰਨਾ ਇਹੋ ਜਿਹਾ ਵੀ ਪਹਿਲੇ ਦਿਨ ਤੋਂ ਔਰਤਾਂ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਖੜੀਆਂ ਨੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘੂ ਬਾਰਡਰ ਤੇ ਉੱਥੇ ਔਰਤਾਂ ਬੈਠੀਆਂ ਨੇ। ਤੇ ਇੱਥੇ ਵੀ ਜਦੋਂ ਆਪਾਂ ਇੱਥੇ ਗੱਲ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ, ਲਗਾਤਾਰ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਲੋਕ ਆਪਣੇ ਘਰਾਂ ਚੋਂ ਕਦੇ ਬਾਹਰ ਨਹੀਂ ਨਿਕਲੇ ਸੀ, ਇੱਥੇ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਮਟਕਾ ਚੌਂਕ ਤੇ ਜਿੰਨਾ ਵੱਡਾ ਇਕੱਠ ਹੁੰਦਾ ਰਿਹਾ ਉਹ ਕਦੇ ਕਿਤੇ ਨਹੀਂ ਹੋਇਆ ਹੈਗਾ। ਤਾਂ ਮਤਲਬ ਇਹ ਸਰਕਾਰ ਨੂੰ, ਮਤਲਬ ਇਹ ਸਰਕਾਰ ਇੰਨੀ ਜ਼ਿਆਦਾ ਆਪਣੀ ਅੜੀ ਤੇ ਆਈ ਹੋਈ ਆ ਕਿ ਲੋਕ ਕੁਛ ਮਰਜ਼ੀ ਕਰ ਲੈਣ, ਅਸੀਂ ਪਿੱਛੇ ਨਹੀਂ ਹਟਾਂਗੇ। ਪਰ ਇਹ ਸਰਕਾਰਾਂ ਪਹਿਲਾਂ ਵੀ ਝੁਕਦੀਆਂ ਰਹੀਆਂ ਨੇ ਤੇ ਹੁਣ ਵੀ ਝੁਕਣਗੀਆਂ। ਕੱਲ ਜਦੋਂ ਇਹਨਾਂ ਦੇ ਮਤਲਬ ਇੱਥੇ ਜਿਹੜੇ ਇਹਨਾਂ ਦੇ ਮਿਨਿਸਟਰਾਂ ਨੂੰ ਜਦੋਂ ਘੇਰਾ ਪਾਇਆ ਗਿਆ ਤਾਂ ਕਿਸ ਤਰੀਕੇ ਨਾਲ ਜਿਹੜੀ ਚੰਡੀਗੜ੍ਹ ਪੁਲਿਸ ਆ ਮਤਲਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਚੱਕ ਰਹੀ ਆ, ਉੱਥੇ ਲੋਕਾਂ ਨੂੰ ਝੂਠੇ ਇਲਜ਼ਾਮ ਲਾ ਰਹੀ ਆ ਵੀ ਉੱਥੇ ਪੱਥਰਬਾਜ਼ੀ ਹੋਈ, ਇਹ ਹੋਈ, ਉਹ ਹੋਈ, ਪਰ ਲੋਕ ਕਦੇ ਵੀ ਪਿੱਛੇ ਨਹੀਂ ਹਟਦੇ ਹੈਗੇ। ਜਿਹੜੀ ਚੰਡੀਗੜ੍ਹ ਦੇ ਵਿੱਚ ਕਾਰਵਾਈ ਹੋ ਰਹੀ ਹੈ ਤਾਂ ਲੱਗਦਾ ਕਿ ਸਿੱਧੇ ਤੌਰ ਤੇ ਇਹ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਚੰਡੀਗੜ੍ਹ ਤੇ ਪੰਜਾਬ ਦਾ ਕੋਈ ਹੱਕ ਨਹੀਂ, ਇੱਥੇ ਕੇਂਦਰ ਆਪਣੀ ਮਰਜ਼ੀ ਕਰੇਗੀ। ਮਤਲਬ ਇਹ ਤਾਂ ਹੈ ਹੀ ਆ। ਮਤਲਬ ਪਿਛਲੇ ਜਿਹੜੀ ਚੰਡੀਗੜ੍ਹ ਪੁਲਿਸ ਆ ਉਹ ਕਿਹਦੇ ਅੰਡਰ ਆ ਆਪਾਂ ਨੂੰ ਵੀ ਪਤਾ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਉਹ ਬੀਜੇਪੀ ਆਰਐਸਐਸ ਦੀ ਗੋਦ ਦੇ ਵਿੱਚ ਖੇਲ ਰਹੀ ਆ ਹੁਣ ਤਾਂ। ਮਤਲਬ ਜਿਹੜਾ ਕੁਝ ਇਹਨਾਂ ਦੇ ਉੱਪਰੋਂ ਆਰਡਰ ਆਂਦਾ, ਇੱਥੇ ਕਿਸੇ ਨਾਲ ਕੀ ਹੋ ਰਿਹਾ, ਕੋਈ ਕ੍ਰਾਈਮ ਆ ਕੀ ਆ, ਉਹ ਤੇ ਕੋਈ ਲੈਣਾ ਦੇਣਾ ਨਹੀਂ ਹੈਗਾ। ਪਰ ਜਦੋਂ ਕੋਈ ਪ੍ਰਦਰਸ਼ਨਕਾਰੀ, ਜਦੋਂ ਕੋਈ ਪ੍ਰੋਟੈਸਟ ਕਰਨ ਵਾਲੇ ਆਪਣੀ ਆਵਾਜ਼ ਉੱਚੀ ਚੱਕਦੇ ਨੇ, ਉੱਥੇ ਇੱਥੇ ਚੰਡੀਗੜ੍ਹ ਪੁਲਿਸ ਇੰਨੀ ਵੱਡੀ ਮਾਤਰਾ ਦੇ ਵਿੱਚ ਉੱਥੇ ਪਹੁੰਚ ਜਾਂਦੀ ਆ ਤੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਚੱਕਿਆ ਜਾ ਰਿਹਾ। ਤਾਂ ਇਹ ਗੱਲ ਬਹੁਤ ਸਾਫ਼ ਆ। ਤੁਹਾਨੂੰ ਲੱਗਦਾ ਕਿ ਜੇ ਇਹੀ ਰਵੱਈਆ ਰਿਹਾ ਪ੍ਰਸ਼ਾਸਨ ਦਾ ਤਾਂ ਇਸ ਦੇ ਨਤੀਜੇ ਹੋਰ ਭਿਆਨਕ ਹੋ ਸਕਦੇ ਨੇ, ਖਰਾਬ ਹੋ ਸਕਦੇ? ਹਾਂ ਬਿਲਕੁਲ। ਮਤਲਬ ਜਦੋਂ ਆਪਾਂ ਹਮੇਸ਼ਾ ਕਹਿੰਦੇ ਆ ਕਿ ਜਦੋਂ ਵਾਇਲੈਂਸ ਆ ਉਹ ਸਾਡਾ ਇੱਕ ਰਿਟੈਲੀਏਸ਼ਨ ਆ। ਜਦੋਂ ਸਰਕਾਰ ਇੰਨੇ ਬੁਰੇ ਤਰੀਕੇ ਨਾਲ ਸਾਡੇ ਉੱਤੇ ਅਟੈਕ ਕਰੂਗੀ, ਸਾਨੂੰ ਮਤਲਬ ਮਾਰਨ ਤੇ ਆਊਗੀ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ। ਮਤਲਬ ਅਸੀਂ ਉਹ ਨਹੀਂ ਹੈਗੇ ਵੀ ਹਾਂ ਇੱਕ ਗੱਲ ਸਾਡੀ ਤੇ ਥੱਪੜ ਮਾਰੋਗੇ ਤਾਂ ਅਸੀਂ ਦੂਜੀ ਗੱਲ ਅੱਗੇ ਕਰਾਂਗੇ। ਤਾਂ ਲੋਕ ਉੱਠਣਗੇ ਤੇ ਇਦੋਂ ਜ਼ਿਆਦਾ ਮਾਤਰਾ ਦੇ ਵਿੱਚ ਅੱਗੇ ਆਣਗੇ ਤੇ ਆਪਣੀ ਆਵਾਜ਼ ਉੱਚੀ ਕਰਨਗੇ। ਪਵਨ, ਤੁਹਾਨੂੰ ਕੀ ਲੱਗਦਾ ਕਿ ਲਗਾਤਾਰ ਸੰਘਰਸ਼ ਚੱਲ ਰਿਹਾ ਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ, ਪਰ ਜਿਸ ਤਰੀਕੇ ਨਾਲ ਨੌਜਵਾਨਾਂ ਨੂੰ ਰਿਟੇਨ ਕੀਤਾ ਜਾ ਰਿਹਾ, ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ, ਲੱਗਦਾ ਕਿ ਨੌਜਵਾਨ ਅੰਦੋਲਨ ਨਾਲ ਨਾ ਜੁੜਨ, ਉਹ ਤੋਂ ਘਬਰਾਹਟ ਦੇ ਵਿੱਚ ਹੈ ਸਰਕਾਰ? ਹਾਂਜੀ, ਉਹਨਾਂ ਦੀ ਮੇਨ ਕੋਸ਼ਿਸ਼ ਤਾਂ ਹੈ ਕਿਉਂਕਿ ਜਦੋਂ ਨੌਜਵਾਨ ਕਿਸੇ ਵੀ ਅੰਦੋਲਨ ਵਿੱਚ ਸਰਕਾਰ ਦੇ ਵਿਰੁੱਧ ਜੁੜਦੇ ਨੇ ਤਾਂ ਉਹ ਸਰਕਾਰ ਲਈ ਖਤਰਾ ਪੈਦਾ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦਾ ਵੀ ਇਹ ਨੌਜਵਾਨ ਨੇ ਜਿਹੜੇ ਵੀ ਸਾਡੀ ਗੱਲ ਨਹੀਂ ਮੰਨਣਗੇ। ਜੇ ਅਸੀਂ ਕੁਝ ਮਤਲਬ ਸਟ੍ਰਿਕਟ ਰੂਲਸ ਲੈ ਕੇ ਆ ਰਹੇ ਹਾਂ, ਜਿਵੇਂ ਕਾਨੂੰਨ ਲੈ ਕੇ ਆ ਰਹੇ ਹਾਂ, ਇਹ ਨੌਜਵਾਨ ਹੀ ਨੇ ਜਿਹੜੇ ਬੈਰੀਕੇਡ ਤੋੜਨਗੇ। ਤਾਂ ਫਿਰ ਉਸ ਤੋਂ ਡਰਦੇ ਹੋਏ ਇਹ ਮਤਲਬ ਇੱਕ ਆਪਦੇ ਸੋ ਕਾਲਡ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਕਾਰਵਾਈਆਂ ਕਰਦੇ ਨੇ, UAPA ਲਾਉਂਦੇ ਨੇ, ਝੂਠੇ ਪਰਚੇ ਕਰਾਉਂਦੇ ਨੇ। ਵੀ ਇਹਨਾਂ ਦੀ ਮਤਲਬ ਸਾਜ਼ਿਸ਼ ਤਾਂ ਇਹੀ ਹੈ ਵੀ ਨੌਜਵਾਨ ਡਰਨ, ਪਿੱਛੇ ਹਟਣ। ਇੱਕ ਬੜੀ ਇਹ ਵੀ ਤਰਾਸਦੀ ਰਹੀ ਹੈ ਕਿ ਨੌਜਵਾਨ ਨਿਰਾਸ਼ ਹੋ ਕੇ ਵਿਦੇਸ਼ਾਂ ਦਾ ਰੁਖ ਵੀ ਕਰ ਚੁੱਕੇ ਨੇ ਲਗਾਤਾਰਤਾ ਦੇ ਵਿੱਚ, ਤੇ ਸਰਕਾਰਾਂ ਦੇ ਲਈ ਇਹ ਚੰਗੀ ਗੱਲ ਹੁੰਦੀ ਕਿ ਨੌਜਵਾਨ ਬਾਹਰ ਚਲੇ ਜਾਣ ਰੈਦਰ ਦੈਨ ਇੱਥੇ ਪ੍ਰੋਟੈਸਟ ਕਰਨ ਤੋਂ। ਤੁਹਾਨੂੰ ਲੱਗਦਾ ਕਿ ਹੁਣ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਜੇ ਪੰਜਾਬ ਨੂੰ ਬਚਾਉਣਾ ਤਾਂ ਅੱਗੇ ਜ਼ਰੂਰ ਆਉਣਾ ਪਵੇਗਾ? ਹਾਂਜੀ ਬਿਲਕੁਲ। ਹੁਣ ਮਤਲਬ ਹੁਣ ਤਾਂ ਨਾ ਵੀ ਜਿਵੇਂ ਪਾਣੀ ਸਿਰ ਉੱਪਰੋਂ ਦੀ ਲੰਘਿਆ ਜਾਂਦਾ ਵੀ ਇਹ ਮਤਲਬ ਬਿਲਕੁਲ ਹਾਈ ਟਾਈਮ ਹੈ ਸਭ ਕੁਝ ਸਮਝਣ ਦਾ। ਤੇ ਇਹ ਮਤਲਬ ਨਿਰਾਸ਼ਾ ਤਾਂ ਨੌਜਵਾਨਾਂ 'ਚ ਹੈਗੀ ਹੋ ਸੀ ਪਹਿਲਾਂ ਤੋਂ, ਕਿਉਂਕਿ ਨੌਕਰੀਆਂ ਨਹੀਂ ਹੈਗੀਆਂ, ਪੜ੍ਹਾਈ ਦਾ ਖਰਚਾ ਵਧ ਰਿਹਾ ਲਗਾਤਾਰ, ਠੀਕ ਹੈ।
ਤੇ ਪਰ ਐ ਵੀ ਹੁਣ ਇਹ ਕਿਸਾਨੀ ਧਰਨੇ ਦੇ ਚੱਲਦੇ ਨੌਜਵਾਨਾਂ ਨੂੰ ਵੀ ਇੱਕ ਮਤਲਬ ਡਾਇਰੈਕਸ਼ਨ ਮਿਲੀ ਹੈ ਵੀ ਜੇ ਧਰਨੇ ਲਾਉਣੇ ਆ ਤਾਂ ਕਿਵੇਂ ਲਾਉਣੇ ਆ। ਹੁਣ ਯੂਨੀਵਰਸਿਟੀਆਂ ਵਿੱਚ ਅਸੀਂ ਲਗਾਤਾਰ ਲੜਦੇ ਹਾਂ ਮਤਲਬ ਪੰਜਾਬ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਖਿਲਾਫ, ਤਾਂ ਸਾਨੂੰ ਇੱਕ ਸੇਧ ਮਿਲੀ ਹੈ ਵੀ ਜਦੋਂ ਜਦੋਂ ਸਾਡੇ ਬਜ਼ੁਰਗ ਕਿਵੇਂ ਲੜਦੇ ਆ ਅਸੀਂ ਕਿਵੇਂ ਅੱਗੇ ਹੋ ਕੇ ਮਤਲਬ ਸਰਕਾਰਾਂ ਨੂੰ ਮਤ ਇਹੀ ਪਾਈ। ਕਾਰਨ ਹੈ ਕਿ ਹੁਣ ਯੂਨੀਵਰਸਿਟੀ ਖੋਲ੍ਹੀ ਨਹੀਂ ਜਾ ਰਹੀ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਉੱਥੇ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਣੇ ਨੇ। ਅਮਨ, ਲੱਗਦਾ ਕਿ ਜਿਸ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਸੰਘਰਸ਼ ਦੇ ਰਾਹ ਤੇ ਜਾਣ ਦੀ ਥਾਂ ਉਹਨਾਂ ਨੇ ਆਪਣਾ ਭਵਿੱਖ ਸਿਰਜਣਾ ਹੁੰਦਾ ਜਾਂ ਸਮਾਜ ਦੇ ਲਈ ਇੱਕ ਵੱਖਰਾ ਕੰਮ ਕਰਨ ਦੀ ਕੋਸ਼ਿਸ਼ ਕਰਨੀ ਹੁੰਦੀ ਆ, ਉਸ ਸਮੇਂ ਉਹਨਾਂ ਨੂੰ ਅਦਾਲਤਾਂ ਦੇ ਮੂੰਹ ਦਿਖਾਏ ਜਾ ਰਹੇ ਨੇ। ਹਾਂਜੀ, ਅਦਾਲਤਾਂ ਦੇ ਮੂੰਹ ਦਿਖਾਏ ਵੀ ਇਸ ਲਈ ਜਾ ਰਹੇ ਨੇ ਕਿਉਂਕਿ ਉਹ ਨੌਜਵਾਨ ਵੰਗਾਰ ਬਣੇ ਹੋਏ ਨੇ, ਕਿਉਂਕਿ ਸੱਤਾ ਦੇ ਵਿੱਚ ਜਿਹੜੇ ਬੈਠੇ ਨੇ ਅੱਜ ਉਹਨਾਂ ਦੇ ਜਿਹੜੇ ਕਾਨੂੰਨ ਜਿਸ ਤਰ੍ਹਾਂ ਦੀਆਂ ਚੀਜ਼ਾਂ ਉਹ ਕਰ ਰਹੇ ਨੇ ਅੱਜ ਉਹ ਨੌਜਵਾਨ ਉਹਨੂੰ ਚੁਣੌਤੀ ਦੇ ਰਹੇ ਨੇ। ਇਸ ਕਰਕੇ ਅੱਜ ਉਹ ਨੌਜਵਾਨ, ਵੈਸੇ ਇੱਕ ਗੱਲ ਹੋਰ ਵੀ ਹੈ ਵੀ ਭਗਤ ਸਿੰਘ ਇੱਕ ਗੱਲ ਕਰਦੇ ਨੇ ਵੀ ਨੌਜਵਾਨਾਂ ਦਾ ਕੰਮ ਸਿਰਫ ਕਲਰਕੀ ਪੜ੍ਹਾਈ ਕਰਨਾ ਨਹੀਂ ਹੁੰਦਾ ਵੀ ਆਪਦੀ ਜ਼ਿੰਦਗੀ ਸਿਰਫ ਇਸ ਤਰ੍ਹਾਂ ਨਾਲ ਜਿਉਣੀ। ਉਹਨਾਂ ਨੇ ਇਹ ਗੱਲ ਲਿਖੀ ਹੈ ਵੀ ਨੌਜਵਾਨਾਂ ਦਾ ਕੰਮ ਆ ਵੀ ਸਮਾਜ ਦੇ ਵਿੱਚ ਜਿੱਥੇ ਕਿਤੇ ਵੀ ਅਨਿਆਮ ਆ, ਸਮਾਜ ਦੇ ਵਿੱਚ ਜਿਹੜੀ ਚੀਜ਼ ਗਲਤ ਹੈ ਉਹਦੇ ਖਿਲਾਫ, ਉਹ ਧੱਕੇ ਦੇ ਖਿਲਾਫ ਬੋਲਣਾ ਤੇ ਇਹੋ ਜਿਹੀ ਪੜ੍ਹਾਈ, ਇਹੋ ਜਿਹੀ ਐਜੂਕੇਸ਼ਨ ਪ੍ਰਾਪਤ ਕਰਨਾ ਜਿਹੜੀ ਸਮਾਜ ਦੇ ਕੰਮ ਆਵੇ। ਤਾਂ ਮੈਨੂੰ ਲੱਗਦਾ ਵੀ ਉਹ ਕਿਤਾਬੀ ਪੜ੍ਹਾਈ ਛੱਡ ਕੇ ਜੇ ਉਹਨੂੰ ਲੱਤ ਮਾਰ ਕੇ ਜਾਂ ਉਹਨੂੰ ਪਿੱਛੇ ਛੱਡ ਕੇ ਨੌਜਵਾਨ ਪਹਿਲਾਂ ਇਸ ਚੀਜ਼ ਨੂੰ ਚੁਣਦੇ ਨੇ ਵੀ ਸਾਡੀਆਂ ਜ਼ਮੀਰਾਂ ਜ਼ਾਦ ਮਰੀਆਂ ਨਹੀਂ ਹੋਈਆਂ ਤੇ ਸਾਡੇ ਜਿਹੜੇ ਹੱਕ ਨੇ ਉਹਨਾਂ ਨੂੰ ਲੈਣਾ ਜ਼ਿਆਦਾ ਜ਼ਰੂਰੀ ਆ, ਭਾਵੇਂ ਉਹਦੇ ਲਈ ਸਾਨੂੰ ਜੇਲ੍ਹ ਕਿਉਂ ਨਾ ਜਾਣਾ ਪਵੇ। ਕੱਲ੍ਹ ਆਪਾਂ ਵੀਡੀਓ ਦੇਖੀ, ਉਹ ਇੱਕ ਬੱਚਾ ਜਿਹੜਾ 13 ਸਾਲ ਦਾ ਇਹ ਗੱਲ ਕਹਿ ਰਿਹਾ, ਤਾਂ ਇਹ ਸੋਚ ਸਕਦੇ ਹਾਂ ਵੀ ਪਿਰਤ ਕਿਸ ਤਰ੍ਹਾਂ ਦੀ ਪਾ ਰਹੇ ਹਾਂ ਅਸੀਂ ਨਵੀਂ ਪੀੜ੍ਹੀ ਨੂੰ। ਬੜੀ ਭਾਵੁਕ ਗੱਲ ਕੀਤੀ ਉਹਨੇ, ਕਹਿੰਦੇ ਕਿ ਜੇ ਸੰਘਰਸ਼ ਦੇ ਦੌਰਾਨ ਮੈਂ ਮਰ ਵੀ ਗਿਆ ਤਾਂ ਕਿਸੇ ਕਿਸਾਨ ਆਗੂ ਨੂੰ ਭੇਜ ਦਿਓ ਵੀ ਮੈਂ ਮੇਰੀ ਬੋਡੀ ਨੂੰ ਲੈ ਜਾਵੇ ਆਣ ਕੇ। ਤਾਂ ਬੜੀ ਹੈਰਾਨੀ ਹੁੰਦੀ ਹੈ, ਬੜੀ ਹੈਰਾਨੀ। ਉਹੀ ਅਸੀਂ ਅੱਜ ਵੀ ਗੱਲ ਕਰ ਰਹੇ ਸੀ ਵੀ ਸਾਡੇ ਵੇਲੇ ਅਸੀਂ ਠੰਡੇ ਸਮੇਂ ਦੌਰ ਵਿੱਚ ਪੈਦਾ ਹੋਏ ਹਾਂ, ਅਸੀਂ ਤਾਂ ਬਹੁਤ ਲੇਟ ਆ ਕੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਆ ਕੇ ਦੇਖਿਆ ਵੀ ਸੰਘਰਸ਼ ਕੀ ਹੁੰਦਾ, ਲੜਨਾ ਵੀ ਇੱਥੋਂ ਸਿੱਖਿਆ ਵਾ। ਉਹ ਬੱਚਿਆਂ ਨੂੰ ਗੁੜਤੀ ਇਸ ਚੀਜ਼ ਦੀ ਮਿਲ ਰਹੀ ਆ ਤੇ ਉਹ ਬੱਚੇ ਸੱਤਾ ਲਈ ਕਿੰਨੀ ਚੁਣੌਤੀ ਬਣ ਗਏ, ਸੱਤਾ ਨੂੰ ਸੋਚ ਲੈਣਾ ਚਾਹੀਦਾ ਸੱਚਮੁੱਚ। ਇਹੀ ਕਾਰਨ ਹੈ ਕਿ ਬੁਖਲਾਹਟ ਜ਼ਿਆਦਾ ਨਜ਼ਰ ਬੁਖਲਾਹਟ ਜ਼ਿਆਦਾ ਵੱਧ ਰਹੀ ਹੈ, ਲਗਾਤਾਰ ਬੁਖਲਾਹਟ ਦੀ ਹਾਲ ਦੇਖੋ। ਕੱਲ ਐਸਐਸਪੀ ਨਾਲ ਮੀਟਿੰਗ ਕਰਨ ਗਏ, ਐਸਐਸਪੀ ਨੂੰ ਅਸੀਂ ਕਿਹਾ ਵੀ ਸਾਡੇ ਇੱਕ ਵੀ ਬੰਦੇ ਨੇ ਪੱਥਰ ਨਹੀਂ ਚਲਾਇਆ, ਅੰਦਰੋਂ ਗੱਡੀ ਟੁੱਟੀ ਹੋਈ ਆਈ ਹੈ, ਤੁਸੀਂ ਇਨਵੈਸਟੀਗੇਸ਼ਨ ਕਰੋ ਵੀ ਅੰਦਰੋਂ ਕਿਵੇਂ ਟੁੱਟ ਕੇ ਆ ਗਈ, ਤੁਹਾਡੇ ਬੰਦੇ ਅੰਦਰੋਂ ਚਲਾ ਰਹੇ ਨੇ, ਤੁਸੀਂ ਆਪਦੇ ਆਨਸਰ ਬਾੜੇ ਹੋਏ ਨੇ ਜਿਹੜੇ, ਕਿਉਂਕਿ ਤੁਹਾਨੂੰ ਪਤਾ ਵੀ ਬਿਨਾਂ ਕਿਸੇ ਦੇ ਵੀ ਪੱਥਰ ਚੱਲਿਆ, ਬਿਨਾਂ ਇਹੋ ਜਿਹੀ ਕੋਈ ਕਾਰਵਾਈ ਦੇ ਤੁਸੀਂ ਡੰਡਾ ਨਹੀਂ ਚਲਾ ਸਕਦੇ, ਤੁਸੀਂ ਗ੍ਰਿਫਤਾਰੀਆਂ ਨਹੀਂ ਕਰ ਸਕਦੇ, ਤੁਹਾਡੇ ਤੇ ਕੰਮ ਪੁੱਠਾ ਪੈਣਾ। ਤਾਂ ਉਹ ਕਰਦੇ ਨੇ, ਕਹਿੰਦੇ ਹੀ ਉਹਨਾਂ ਨੇ ਪਾਣੀ ਦੀਆਂ ਬੋਤਲਾਂ ਮਾਰੀਆਂ। ਹੁਣ ਦੇਖੋ ਮੇਰੇ ਹੱਥ 'ਚ ਪਾਣੀ ਦੀ ਬੋਤਲ ਹੈ, ਜਿਵੇਂ ਤੁਹਾਡੇ ਸਿਰ 'ਚ ਮਾਰਾ ਟੁੱਟ ਜਾਊਗਾ ਤੁਹਾਡਾ ਸਿਰ। ਇਹ ਐਸਐਸਪੀ ਦਾ ਡਾਇਲੋਗ ਹੈ ਉੱਥੇ ਬੈਠੇ ਮੀਟਿੰਗ ਦੇ ਵਿੱਚ, ਇਹੋ ਜਿਹੀਆਂ ਗੱਲਾਂ ਉਹ ਕਰ ਰਹੇ ਨੇ ਤਾਂ ਮਤਲਬ ਪਤਾ ਚੱਲ ਰਿਹਾ ਵੀ ਉਹਨਾਂ ਦੀ ਬੌਖਲਾਹਟ ਹੈ, ਸਿਰਫ ਪ੍ਰੈਸ਼ਰ ਦੇ ਹੇਠ ਉਹ ਸਾਰਾ ਕੁਝ ਕਰ ਰਹੇ ਨੇ। ਬਈ ਕਿਵੇਂ ਦੇਖਦੇ ਹੋ ਸੰਘਰਸ਼ ਜਿਹੜਾ ਚੱਲ ਰਿਹਾ? ਲੱਗਦਾ ਕਿ ਸਰਕਾਰ ਨੂੰ ਹੁਣ ਸਮਝਣਾ ਚਾਹੀਦਾ ਕਿ ਇਸ ਤਰੀਕੇ ਦੀਆਂ ਕਾਰਵਾਈਆਂ ਨਾ ਕਰ। ਦੇਖੋ ਮੇਰੀ ਤਾਂ ਇਹੀ ਗੱਲ ਹੈ ਜੀ, ਪਹਿਲਾਂ ਕੱਲ੍ਹ ਜਿਹੜਾ ਕੁਝ ਹੋਇਆ ਉਹਦੇ ਬਾਰੇ ਆਪਾਂ ਗੱਲ ਪਾਉਂਦੇ ਹਾਂ। ਸਾਡੇ ਪਿੰਡ ਦਾ ਮੁੰਡਾ ਬੜੈਲ ਪਿੰਡ ਦਾ ਰਜਿੰਦਰ, ਉਹ ਬਹੁਤ ਵਧੀਆ ਸੇਵਾਦਾਰ ਮੁੰਡਾ ਹੈ ਤੇ ਕੱਲ੍ਹ ਵੀ ਜਿਹੜੀ ਅਸੀਂ ਪਿੰਡੂ ਸੰਘਰਸ਼ ਕਮੇਟੀ ਵੱਲੋਂ ਉਹਨਾਂ ਦੀ ਡਿਊਟੀ ਲਾਈ ਸੀ ਉਹ ਪਾਣੀ ਦੇ ਉੱਤੇ ਸੀਗੀ। ਤੇ ਉਸ ਤੋਂ ਬਾਅਦ ਕੀ ਸੀਗਾ, ਜਦੋਂ ਉੱਥੇ ਸੰਘਰਸ਼ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਸੰਘਰਸ਼ ਖਤਮ ਹੋਣ ਤੋਂ ਬਾਅਦ ਉੱਥੇ ਖਾਲੀ ਕੂੜਾ ਪਿਆ ਸੀਗਾ, ਪਲਾਸਟਿਕ ਦੀ ਬੋਟਲਾਂ ਪਈ ਸੀਗੀ, ਉਹਨਾਂ ਨੂੰ ਉਠਾ ਰਹੇ ਸੀਗੇ। ਉਹ ਵੀਡੀਓ ਹੀ ਇੱਥੇ ਇਹਨਾਂ ਨੇ ਵਾਇਰਲ ਕੀਤੀ ਹੈ ਕਿ ਉਹ ਪਲਾਸਟਿਕ ਦੀ ਜਿਹੜੀ ਬੋਟਲਾਂ ਸੀਗੀ ਉਹ ਸ਼ਾਇਦ ਕਿਤੇ ਨਾ ਕਿਤੇ ਸ਼ੀਸ਼ਿਆਂ ਦੇ ਵਿੱਚ ਵੱਜੀ ਹੈ। ਤੇ ਮੈਨੂੰ ਨਹੀਂ ਲੱਗਦਾ ਵੀ ਖਾਲੀ ਬੋਤਲਾਂ ਪਾਣੀ ਦੀ, ਉਹ ਵੀ ਪਲਾਸਟਿਕ ਦੀ, ਕਿਸੇ ਦਾ ਸਿਰ ਪਾੜ ਸਕਦੀਆਂ ਜਾਂ ਸ਼ੀਸ਼ਾ ਤੋੜ ਸਕਦੀਆਂ ਨੇ। ਜਿਵੇਂ ਭੈਣ ਜੀ ਨੇ ਕਿਹਾ ਵੀ ਪਹਿਲਾਂ ਹੀ ਸ਼ੀਸ਼ਾ ਪਿੱਛੋਂ ਹੀ ਟੁੱਟ ਕੇ ਆਇਆ ਹੋਇਆ ਸੀਗਾ। ਇਹ ਸਿਰਫ ਸਾਰੀ ਇੱਕ ਗੱਲ ਸੀਗੀ ਵੀ ਮੀਡੀਆ ਨੂੰ ਵੀ ਇਹ ਕਹਿਣ ਵਾਸਤੇ ਵੀ ਇਹ ਸਾਡੇ ਉੱਤੇ ਇਹਨਾਂ ਨੇ ਪੱਥਰ ਤੇ ਇੱਟਾਂ ਵਗੈਰਾ ਚਲਾਈਆਂ ਨੇ, ਜਦਕਿ ਸਾਡੇ ਜਿਹੜੇ ਸਮਾਜ ਸੇਵਕ ਮੁੰਡੇ ਸੀਗੇ, ਖਾਸ ਕਰਕੇ ਰਜਿੰਦਰ ਬਾਈ ਜੀ ਬੜੈਲ ਪਿੰਡ ਤੋਂ, ਉਹ ਸਿਰਫ ਪਾਣੀ ਦੀ ਸੇਵਾ ਉੱਥੇ ਦੇ ਰਹੇ ਸੀਗੇ ਜਿਹੜੀ ਅਸੀਂ ਉਹਦੀ ਡਿਊਟੀ ਲਾਈ ਹੋਈ ਸੀ। ਤੇ ਭਾਜੀ ਇਸ ਤੋਂ ਪਹਿਲਾਂ 1950 ਤੋਂ ਹੀ ਸਾਡੇ ਸਰਕਾਰਾਂ ਸਾਡੇ ਪਿੰਡਾਂ ਨਾਲ ਧੱਕਾ ਕਰ ਰਹੀਆਂ ਨੇ, ਇਹ ਸਭ ਨੂੰ ਪਤਾ ਹੈ। ਸਾਡਾ ਐਕਵਾਇਰ ਹੋਇਆ ਪਿੰਡ 1950 'ਚ ਐਕਵਾਇਰ ਹੋਇਆ ਸੀਗਾ। ਅੱਜ ਤੱਕ ਸਾਡੇ ਪਿੰਡਾਂ ਦੇ ਵਿੱਚ ਉਹ ਸੁਵਿਧਾ ਨਹੀਂ ਦਿੱਤੀ ਗਈ, ਬਟ ਇਹ ਕਾਰਪੋਰੇਸ਼ਨ ਦੇ ਅੰਡਰ ਕਰਤੇ ਨੇ। ਤੇ ਅਸੀਂ ਤਾਂ ਇਹਨਾਂ ਤੋਂ ਇਹੀ ਅਪੀਲ ਕਰਾਂਗੇ ਵੀ ਸਾਰੇ ਜਿਹੜੇ ਮੁੰਡੇ ਇਹਨਾਂ ਨੇ ਫੜੇ ਨੇ, ਤਿੰਨੇ ਮੁੰਡੇ ਬੇਕਸੂਰ ਨੇ। ਜੇ ਉਹਨਾਂ ਦਾ ਕਿਸੇ ਤਰ੍ਹਾਂ ਕੋਈ ਰੋਲ ਹੈ, ਵੀਡੀਓ ਹੈਗੀ ਤੁਹਾਡੇ ਕੋਲ, ਪੱਥਰ ਮਾਰਦੇ ਦੀ, ਇੱਟਾਂ ਕੋਈ ਕਰਦੇ ਦੀ, ਤਾਂ ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ। ਅਦਰਵਾਈਜ਼ ਉਹਨਾਂ ਨੂੰ ਲੀਵ ਕਰਨਾ ਚਾਹੀਦਾ ਤਾਂ ਕਿ ਇਹ ਨਾ ਹੋਏ ਵੀ ਕੋਈ ਗਲਤ ਬੰਦਾ ਇਸ ਚੀਜ਼ 'ਚ ਫੜਿਆ ਜਾਏ। ਸਾਨੂੰ ਜਿੱਥੇ ਤੱਕ ਸਾਡੇ ਲੋਕ ਕਹਿ ਰਹੇ ਨੇ ਵੀ ਇਹਨਾਂ ਦੇ ਖੁਦ ਦੇ ਬੰਦਿਆਂ ਨੇ ਉੱਥੇ ਇੱਟਾਂ ਰੋੜੇ ਚਲਾਏ ਨੇ ਤੇ ਸਾਡੇ ਕਿਸੇ ਵੀ ਬੰਦੇ ਦੇ ਹੱਥ 'ਚ ਸਿਰਫ ਇੱਕ ਪਰਨੇ ਸੀਗੇ ਤੇ ਕਾਲੇ ਝੰਡੇ ਸੀਗੇ, ਠੀਕ ਹੈ। ਹੋਰ ਇਸ ਤੋਂ ਇਲਾਵਾ ਸਾਡਾ ਨਾ ਤਾਂ ਉੱਥੇ ਕੋਈ ਪੱਥਰ ਦਾ ਕੋਈ ਰੋਲ ਸੀਗਾ ਜਿਵੇਂ ਇਹ ਦਿਖਾਇਆ ਜਾ ਰਿਹਾ ਵੀ ਇਹਨਾਂ ਨੇ ਪੱਥਰ ਤੇ ਇੱਟਾਂ ਰੋੜੇ ਮਾਰੇ ਨੇ, ਇਹੋ ਜਿਹਾ ਕੁਛ ਨਹੀਂ। ਇਹ ਰਜਿੰਦਰ ਸਿੰਘ ਸਾਡਾ ਬੜੈਲ ਦਾ ਬਹੁਤ ਹੋਣਹਾਰ ਮੁੰਡਾ ਹੈ, ਸ਼ੁਰੂ ਤੋਂ ਹੀ ਅੱਜ ਤੱਕ। ਤਾਂ ਕੁੱਲ ਮਿਲਾ ਕੇ ਸਿੱਧੇ ਤੌਰ ਤੇ ਰੋਸ ਹੈਗਾ ਪ੍ਰਸ਼ਾਸਨ ਦੇ ਨਾਲ ਕਿ ਪ੍ਰਸ਼ਾਸਨ ਧੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ,
ਗੈਰ ਤਰੀਕੇ ਦੇ ਨਾਲ, ਗੈਰ ਜ਼ਰੂਰੀ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਕੀਤੀਆਂ ਜਾ ਰਹੀਆਂ ਜਿਹੜੀਆਂ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਇਸ ਅੰਦੋਲਨ ਨੂੰ ਹਲਕਾ ਕਰਨ ਦੀ ਕੋਸ਼ਿਸ਼ ਵਜੋਂ ਨਜ਼ਰ ਆ ਰਹੀਆਂ ਨੇ। ਸਾਫ਼ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੇ ਵੀ ਨੌਜਵਾਨ ਚੁੱਕੇ ਗਏ ਨੇ ਉਹ ਬਿਲਕੁਲ ਨਾਜਾਇਜ਼ ਚੁੱਕੇ ਗਏ ਨੇ ਤੇ ਸਾਰੇ ਜਿੰਨੇ ਵੀ ਲੋਕ ਇੱਥੇ ਪਹੁੰਚੇ ਹੋਏ ਨੇ ਕੋਰਟ ਕੰਪਲੈਕਸ ਦੇ ਵਿੱਚ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਬ੍ਰਦਰ ਹੈਗੇ ਉਹਨਾਂ ਦੇ ਨਾਲ ਸਾਡੇ। ਬਾਈ ਜੀ, ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਨੂੰ ਸਮਝਣਾ ਚਾਹੀਦਾ ਹੁਣ ਵੀ ਇਸ ਤਰੀਕੇ ਨਾਲ ਧੱਕਾ ਨਹੀਂ? ਮੈਂ ਤਾਂ ਇੱਕ ਕਲੀਅਰ ਗੱਲ ਕਹਿਣਾ ਚਾਹੁੰਦਾ ਵੀ 48 ਦੀ ਮਾਰਕੀਟ 'ਚ ਮੇਰਾ ਬ੍ਰਦਰ ਓਨਲੀ ਸਾਡੀ ਮਾਰਕੀਟ ਦੇ ਵਿੱਚ ਸਾਡੀ ਆਪਣੀ ਦੁਕਾਨ ਹੈ 123 ਨੰਬਰ ਰਘਬੀਰ ਆਟੋ, ਜਿਹਦੇ ਵਿੱਚ ਮੇਰਾ ਬ੍ਰਦਰ ਓਨਲੀ ਕੰਮ ਕਰਦਾ, ਸਵੇਰੇ ਚਲਾ ਗਿਆ ਸ਼ਾਮੀ ਆ ਗਿਆ, ਗੁਰਦੁਆਰੇ ਜਾਂਦਾ, ਸੇਵਾ ਕਰਦਾ। ਨਜਾਇਜ਼ ਪੁਲਿਸ ਨੇ ਪਤਾ ਨਹੀਂ ਕਿਸ ਗੱਲ ਦੇ ਵਿੱਚ, ਕਿਸ ਬਾਤ ਦੇ ਵਿੱਚ ਉਹੀ ਮਾਰਕੀਟ 'ਚੋਂ ਚੱਕ ਕੇ ਲੈ ਗਏ। ਕੋਈ ਗੱਲ ਥੋੜ੍ਹਾ ਬਣਦੀ ਹੈ ਵੀ ਕਿਸੇ ਨੂੰ ਵੀ ਦੇਖਿਆ ਔਰ ਚੱਕ ਕੇ ਲੈ ਗਏ। ਉਹ ਮਾਰਕੀਟ ਦਾ ਬੰਦਾ ਹੈ, ਤੁਸੀਂ ਉਹਨੂੰ ਨਜਾਇਜ਼ ਹੀ ਚੱਕ ਕੇ ਲੈ ਕੇ ਜਾਈ ਜਾਂਦੇ ਹੋ। ਉਹ ਉੱਥੇ ਕੰਮ ਕਰਦਾ, ਸਵੇਰੇ ਜਾਂਦਾ ਸ਼ਾਮੀ ਆ ਜਾਂਦਾ, ਪਤਾ ਨਹੀਂ ਕਿਸ ਹਾਲ ਦੇ ਵਿੱਚ। ਪਰ ਮੈਨੂੰ 2 ਬੰਦਿਆਂ ਤੇ ਸ਼ੱਕ ਹੈ ਮਾਰਕੀਟ ਦੇ ਵਿੱਚ, ਜਿਨ੍ਹਾਂ ਨੇ ਉਹਨੂੰ ਨਜਾਇਜ਼, ਉਹ ਬੀਜੇਪੀ ਦੇ ਬੰਦੇ ਨੇ, ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉੱਪਰੋਂ ਆਰਡਰ ਜੋ ਵੀ ਉਹਨਾਂ ਨੇ ਕਰਾਏ ਨੇ। ਕਿਉਂਕਿ ਕਿਸਾਨ ਵੱਲੋਂ ਅੰਦਰ ਠੀਕ ਹੈ, ਉਹ ਚੱਲ ਰਿਹਾ ਅਲੱਗ ਚੀਜ਼ ਹੈ, ਪਰ ਉਹਨੂੰ ਨਜਾਇਜ਼ ਫਸਾਉਣ ਦੇ ਵਿੱਚ 2 ਬੰਦੇ ਮਾਰਕੀਟ ਦੇ ਨੇ। ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਨੂੰ ਖੁਦ ਸਮਝ ਆ ਜਾਣਾ ਚਾਹੀਦਾ ਵੀ ਨੈਕਸਟ ਤੌਰ ਤੇ ਇਦਾਂ ਨਾ ਕਰੋ, ਇਹ ਗਲਤ ਗੱਲ ਹੈ। ਬਈ ਲੱਗਦਾ ਕਿ ਅੰਦੋਲਨ ਦੀ ਆੜ ਦੇ ਵਿੱਚ ਹੁਣ ਨਿੱਜੀ ਰੰਜਿਸ਼ਾਂ ਕੱਢੀਆਂ ਜਾ ਰਹੀਆਂ ਤੁਹਾਡੇ ਸਾਹਮਣੇ? ਕੱਢੀਆਂ ਜਾ ਰਹੀਆਂ ਕਿਉਂਕਿ ਮੇਰੇ ਬ੍ਰਦਰ ਲਾਕਡਾਊਨ ਦੇ ਵਿੱਚ ਕੁਝ ਮਾਰਕੀਟ ਦੇ ਵਿੱਚ ਆਪਣਾ ਪਰਸਨਲ ਸਮਾਨ ਰਿਪੇਅਰ ਦਾ ਲੈਣ ਵਾਸਤੇ ਆਇਆ ਸੀ, ਜਿਸ ਕਰਕੇ 2 ਬੰਦੇ ਨੇ ਜਿਹੜੇ ਮਾਰਕੀਟ ਦੇ, ਉਹਨਾਂ ਨੇ ਉਹਨੂੰ ਧਮਕਾਇਆ ਔਰ ਦਬਕਾਇਆ ਔਰ ਪੁਲਿਸ ਦੇ ਵਿੱਚ ਕੰਪਲੇਂਟ ਵੀ ਗਈ ਸੀ, ਪਰ ਉਹ ਰਾਜੀਨਾਮਾ ਹੋ ਗਿਆ। ਪੁਲਿਸ ਨੇ ਕੋਈ ਅੱਗੇ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਬੀਜੇਪੀ ਨਾਲ ਮਿਲੇ ਹੋਏ ਨੇ। ਤੇ ਸੈਕਿੰਡ ਟਾਈਮ ਉਹਨਾਂ ਨੇ ਹੀ ਇਹਨੂੰ ਰੰਜਿਸ਼ ਦੇ ਤੌਰ ਤੇ ਅੰਦਰ ਕਰਾਇਆ। ਪਰ ਮੈਂ ਉਹਨਾਂ ਨੂੰ ਸਮਝਾ ਦੇਣਾ ਚਾਹੁੰਦਾ ਵੀ ਉਹਦਾ ਭਰਾ ਜਿੰਦਾ ਬੈਠਾ, ਵੀ ਜਿੱਥੇ ਤੱਕ ਜ਼ੋਰ ਲੱਗਦਾ ਲਾ ਲਓ, ਮੈਂ ਉਹ ਬਾਕੀ ਬਾਅਦ 'ਚ ਦੇਖ ਲੂੰਗਾ ਕਿਆ ਹੋਊਗਾ। ਤਾਂ ਕੁੱਲ ਮਿਲਾ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚ ਸਿੱਧੇ ਤੌਰ ਤੇ ਇਹਨੂੰ ਖਤਮ ਕਰਨ ਦੀ ਆੜ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨਿੱਜੀ ਰੰਜਿਸ਼ਾਂ ਕੱਢਣ ਦੀਆਂ। ਫਿਲਹਾਲ ਜਿਸ ਤਰੀਕੇ ਨਾਲ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ, ਸਾਰੇ ਨੌਜਵਾਨ ਕਹਿ ਰਹੇ ਨੇ ਕਿ ਇਸੇ ਤਰੀਕੇ ਨਾਲ ਜੇ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ ਤਾਂ ਅੰਦੋਲਨ ਥੰਮਣ ਦੀ ਬਜਾਏ ਹੋਰ ਅਗਰੈਸਿਵ ਹੋਵੇਗਾ, ਹੋਰ ਵੱਡਾ ਹੋਵੇਗਾ, ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਸ ਦਾ ਹਿੱਸਾ ਬਣਨਗੇ। ਤਾਂ ਸਰਕਾਰ ਨੂੰ ਸਮਾਂ ਰਹਿੰਦੇ ਹੋਏ ਸੋਚ ਲੈਣਾ ਚਾਹੀਦਾ ਕਿ ਅਜਿਹੀਆਂ ਕਾਰਵਾਈਆਂ ਉਹਨਾਂ ਦੇ ਹੀ ਉਲਟ ਜਾਣਗੀਆਂ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਕਰਨ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV, ਚੰਡੀਗੜ੍ਹ।